शिवा पर मोहे है, शुभ कर्म ते कभू न डरूं, न डरूं और सोच अब जाए लड़ूं, निश्चय कर अपनी जीत करूं। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਹਰਮਨ ਪਿਆਰਾ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ। ਹੁਣ ਤੱਕ ਇਸ ਪ੍ਰੋਗਰਾਮ ਦੇ 546 ਭਾਗ ਅਸੀਂ ਆਪ ਜੀ ਦੇ ਸਨਮੁਖ ਪੇਸ਼ ਕਰ ਚੁੱਕੇ ਤੇ ਅੱਜ ਇੱਕ ਨਵਾਂ ਐਪੀਸੋਡ 547 ਨੰਬਰ ਲੈ ਕੇ ਮੁੜ ਤੋਂ ਸਾਰੀਆਂ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਜਿੱਥੇ ਜਿੱਥੇ ਬੈਠੇ ਵੀ ਇਸ ਪ੍ਰੋਗਰਾਮ ਨੂੰ ਦੇਖਦੇ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਖਾਸ ਕਰਕੇ ਧੰਨਵਾਦ ਕਰਦੀ ਹਾਂ ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਰਾਣਾ ਜੀ ਦਾ, ਜਿਹੜੇ ਕਿ ਸਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਗੁਰ ਇਤਿਹਾਸ, ਗੁਰਬਾਣੀ ਤੇ ਗੁਰ ਫਲਸਫੇ ਦੇ ਆਧਾਰ ਤੇ ਦਿੰਦੇ ਹਨ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਵੀਰ ਜੀ ਨੂੰ ਜੀ ਆਖਦੇ ਤੇ ਗੁਰੂ ਫਤਿਹ ਸਾਂਝੀ ਕਰਦੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਵਾਲ ਮੇਰਾ ਵੀਰ ਜੀ ਇਹ ਹੈ ਕਿ ਬਾਦਸ਼ਾਹ ਬਹਾਦਰ ਸ਼ਾਹ ਤੇ ਤਾਰਾ ਆਜਮ ਦੀ ਜਦੋਂ ਜੰਗ ਹੋਈ ਸੀ, ਉਸ ਵੇਲੇ ਉਹਨੇ ਸਤਿਗੁਰੂ ਜੀ ਕੋਲੋਂ ਮਦਦ ਮੰਗੀ ਤੇ ਸਤਿਗੁਰੂ ਜੀ ਨੇ ਉਹਦੀ ਮਦਦ ਵੀ ਕੀਤੀ। ਪਰ ਜਦੋਂ ਉਸ ਦੀ ਮਦਦ ਕੀਤੀ, ਸਤਿਗੁਰੂ ਜੀ ਨੇ ਉਹਦੇ ਕੋਲੋਂ ਇੱਕ ਵਾਅਦਾ ਲਿਆ ਸੀ ਕਿ ਲਿਖਤੀ ਰੂਪ ਦੇ ਵਿੱਚ ਕਿਹਾ ਸੀ ਕਿ ਇੱਕ ਲਿਖਤੀ ਰੂਪ ਵਿੱਚ ਲਿਖ ਕੇ ਦੇ ਕਿ ਸਾਡੀ ਇੱਕ ਗੱਲ ਹੈ ਜਿਹੜੀ ਤੂੰ ਮੰਨੇਗਾ। ਉਹ ਕਿਹੜੀ ਗੱਲ ਸੀ ਜਿਹੜੀ ਸਤਿਗੁਰੂ ਜੀ ਨੇ ਉਹਦੇ ਕੋਲੋਂ ਮਨਵਾਉਣੀ ਚਾਹੁੰਦੇ ਸੀ? ਤੇ ਬਹਾਦਰ ਸ਼ਾਹ ਜਦੋਂ ਬਾਦਸ਼ਾਹ ਬਣ ਗਿਆ ਤੇ ਉਸਨੇ ਆਪਣੇ ਲਿਖਤੀ ਵਚਨ ਜਿਹੜਾ ਸੀ ਉਸ ਤੇ ਪੂਰਾ ਕਾਇਮ ਰਿਹਾ। ਇਹਦੇ ਬਾਰੇ ਸੰਗਤਾਂ ਦੇ ਨਾਲ ਤੁਸੀਂ ਸਾਂਝ ਪਾਓ ਕਿ ਉਹ ਕਿਹੜੀ ਗੱਲ ਸੀ ਜਿਹੜੀ ਸਤਿਗੁਰੂ ਜੀ ਉਹਦੇ ਕੋਲੋਂ ਪੂਰੀ ਕਰਵਾਉਣਾ ਚਾਹੁੰਦੇ ਸੀ। ਸਤਿਗੁਰੂ ਜੀ ਆਗਰੇ ਦੇ ਵਿੱਚ ਚਮਾਸਾ ਕੱਟ ਰਿਹਾ ਸੀ ਜੀ। ਬਾਦਸ਼ਾਹ ਦੀ ਮਰਜ਼ੀ ਵੀ ਸੀ ਸਤਿਗੁਰੂ ਚਮਾਸਾ ਕੱਟਣਾ ਉੱਥੇ। ਹਾਂਜੀ। ਚਮਾਸਾ ਮੈਂ ਇੱਕ ਦੁਬਾਰਾ ਫੇਰ ਦੁਹਰਾ ਦਿਆਂ ਕਿ ਬਰਸਾਤ ਦੇ ਮਹੀਨੇ ਜੀ ਖਾਸ ਕਰਕੇ ਹਾਂਜੀ ਜਿਹੜੇ ਜੂਨ, ਜੁਲਾਈ, ਅਗਸਤ, ਸਤੰਬਰ ਗਿਣੇ ਜਾਂਦੇ ਆ। ਜੂਨ ਤੋਂ ਬਾਅਦ ਚ ਜੇਠ ਹਾੜ, ਸਾਵਣ, ਭਾਦੋਂ, ਅੱਸੂ ਦੇ ਸ਼ੁਰੂ ਹੋਣ ਤੱਕ ਤੇ ਹਾੜ ਤੋਂ ਪਹਿਲਾਂ ਤੋਂ ਲੈ ਕੇ ਸਾਰਾ ਕੁਝ ਇਹਨੂੰ ਚਮਾਸਾ ਕਹਿੰਦੇ ਆ। ਮੌਨਸੂਨ ਸ਼ੁਰੂ ਹੁੰਦੀ ਆ ਜੀ ਜੀ। ਇਹਦੇ ਵਿੱਚ ਪਹਿਲਾਂ ਗਰਮੀ ਜ਼ਿਆਦਾ ਹੁੰਦੀ। ਹਾਂਜੀ। ਗਰਮੀ ਦੇ ਵਿੱਚ ਵੀ ਜਿਹੜੇ ਸੱਪ ਠੂਏ ਬਾਹਰ ਨਿਕਲਦੇ ਆ। ਹਾਂਜੀ ਹਾਂਜੀ। ਤੇ ਮੀਂਹ ਪੈਂਦੇ ਆ ਚੰਚੇਤੀ ਬਹੁਤ ਜ਼ਿਆਦਾ। ਉਹਦੇ ਨਾਲ ਰਸਤੇ ਨਹੀਂ ਹੁੰਦੇ ਤੇ ਸਫ਼ਰ ਨਹੀਂ ਹਿੰਦੁਸਤਾਨ 'ਚ ਕੀਤਾ ਜਾਂਦਾ ਹੁੰਦਾ ਸੀ ਉਹਨਾਂ ਸਮਿਆਂ ਤੱਕ। ਹੁਣ ਸੜਕਾਂ ਬਣ ਗਈਆਂ, ਹੁਣ ਗੱਲ ਕੁਛ ਹੋਰ ਹੋ ਗਈ ਹੈ। ਤੇ ਚਮਾਸਾ ਜਿਹੜੇ ਸਫ਼ਰ ਕਰਨ ਵਾਲੇ ਲੋਕ ਹੁੰਦੇ ਸੀਗੇ ਉਹ ਇੱਕ ਥਾਂ ਤੇ ਬੈਠ ਕੇ ਕੱਟ ਲੈਂਦੇ ਸੀਗੇ। ਬੋਧੀ ਭਿਕਸ਼ੂ ਵੀ ਕੱਟਦੇ ਸੀ, ਪ੍ਰਚਾਰਕ ਵੀ ਕੱਟਦੇ ਸੀ। ਸਤਿਗੁਰੂ ਵੀ ਆਪਣੀ ਫੇਰੀ ਦੇ ਵਿੱਚ ਉੱਥੇ ਆਗਰੇ ਬੈਠ ਗਿਆ ਕਿਉਂਕਿ ਮੀਂਹ ਬਰਸਾਤਾਂ ਸ਼ੁਰੂ ਹੋ ਚੁੱਕੀਆਂ ਹੋਈਆਂ ਸੀਗੀਆਂ। ਸਤਿਗੁਰੂ ਨੇ ਉਸ ਵਿੱਚ ਮਸਾ ਕੱਢਣਾ, ਇਸ ਕਰਕੇ ਬਾਦਸ਼ਾਹ ਨਾਲ ਮੁਲਾਕਾਤਾਂ ਤਾਂ ਹੁੰਦੀਆਂ ਰਹਿੰਦੀਆਂ, ਆਪਾਂ ਜ਼ਿਕਰ ਵੀ ਕੀਤਾ ਆ। ਹਾਂਜੀ। ਪਰ ਜਦੋਂ ਸਤਿਗੁਰੂ ਜੀ ਗੱਲਾਂ ਬਾਤਾਂ 'ਚ ਉਹਦੇ ਵੱਲੋਂ ਕੀਤੇ ਲਿਖਤੀ ਵਚਨ ਨਾਲ ਲਾਉਂਦੇ ਜੀ ਜੀ, ਬਾਦਸ਼ਾਹ ਗੱਲ ਬਦਲ ਲੈਂਦਾ ਕਿਸ ਤਰ੍ਹਾਂ, ਉੱਥੇ ਅਟਕਦਾ ਹੀ ਨਹੀਂ। ਕੋਈ ਨਾ ਕੋਈ ਹੋਰ ਗੱਲ ਛੇੜ ਲੈਂਦਾ, ਗੱਲ ਹੋਰ। ਤੇ ਸਤਿਗੁਰੂ ਜੀ ਉਹਦੀ ਗੱਲ ਨੂੰ ਟੋਕ ਕੇ ਉਹਦੇ ਦਰਬਾਰੀਆਂ 'ਚ, ਉਹਦੇ ਅਹਿਲਕਾਰਾਂ 'ਚ, ਉਹਦੇ ਮੰਤਰੀਆਂ 'ਚ, ਉਹਦੇ ਸਲਾਹਕਾਰਾਂ ਦੇ ਵਿੱਚ, ਉਹਦੇ ਜਿਹੜੇ ਬੰਦੇ ਬੈਠਣ ਦੇ ਕਾਜੀ ਮਲਾਣੇ ਸਾਰੇ, ਉਹਨੂੰ ਬੇਇੱਜ਼ਤ ਨਹੀਂ ਕਰਨਾ ਚਾਹੁੰਦੇ ਸੀ। ਜੀ ਜੀ ਜੀ। ਸਤਿਗੁਰੂ ਦਾ ਆਪਣਾ ਅੰਦਾਜ਼ ਆ, ਸਤਿਗੁਰੂ ਕਿਸੇ ਨੂੰ ਵੀ ਬੇਇੱਜ਼ਤ ਨਹੀਂ ਕਰਨਾ ਚਾਹੁੰਦੇ। ਇਹ ਗੱਲ ਵੱਖਰੀ ਜੇ ਕੋਈ ਆਪਣੇ ਕਰਮਾਂ ਨਾਲ ਹੁੰਦਾ ਤੇ ਉਹ ਹੋ ਹੀ ਜਾਂਦਾ ਆ। ਹਾਂਜੀ ਹਾਂਜੀ। ਪਰ ਸਤਿਗੁਰੂ ਹਰ ਇੱਕ ਨੂੰ ਇੱਜ਼ਤ ਦਿੰਦੇ ਆ ਜੀ। ਸਤਿਗੁਰੂ ਸਭਨਾਂ ਦਾ ਭਲਾ ਬਣਾਉਂਦਾ ਜੀ। ਸਤਿਗੁਰੂ ਸਾਰਿਆਂ ਦਾ ਭਲਾ ਹੀ ਭਲਾ ਚਾਹੁੰਦੇ ਆ, ਸਭ ਨੂੰ ਇੱਜ਼ਤ ਦਿੰਦੇ ਆ। ਤੇ ਇਹ ਜਿਹੜੀ ਗੱਲ ਆ, ਸੋ ਗੱਲ ਗਾਂ ਤੁਰ ਨਹੀਂ ਰਹੀ। ਹਾਂਜੀ। ਪਰ ਹੁਣ ਚਮਾਸਾ ਵੀ ਨੇੜੇ ਹੁੰਦਾ ਜਾ ਰਿਹਾ। ਸਤਿਗੁਰ ਨੇ ਗਾਂ ਸਫ਼ਰ ਤੇ ਵੀ ਜਾਣਾ ਹੈ, ਸਤਿਗੁਰ ਨੇ ਤੁਰਨਾ ਵੀ ਆ। ਆਗਰੇ ਬੈਠੇ ਨਹੀਂ ਰਹਿਣਾ। ਸਤਿਗੁਰ ਤਾਂ ਵੱਡੇ ਉਦੇਸ਼ ਲੈ ਕੇ ਤੁਰੇ ਹੋਏ ਸੀਗੇ। ਦਮਦਮਾ ਸਭ ਤੋਂ ਤੁਰੇ ਸੀ। ਉਹ ਤਾਂ ਰਾਹ 'ਚ ਆਉਂਦੇ ਆਉਂਦੇ ਬਾਦਸ਼ਾਹ ਵਾਲੀ ਗੱਲ ਆ ਗਈ ਵੀ ਉਹਦੀ ਮਦਦ ਕੀਤੀ ਜਾਵੇ। ਸੋ ਸਤਿਗੁਰੂ ਜੀ ਨੇ ਦੱਖਣ ਵੱਲ ਜਾਣਾ, ਨਿਸ਼ਾਨਾ ਮਿੱਥਿਆ ਉਧਰ ਨੂੰ ਜਾਣ ਦਾ। ਤੇ ਸਤਿਗੁਰੂ ਜੀ ਨੇ ਇੱਕ ਦਿਨ ਨੰਦ ਲਾਲ ਨੂੰ ਸੱਦਿਆ, ਭਾਈ ਨੰਦ ਲਾਲ ਜੀ ਨੂੰ। ਤੇ ਤੁਸੀਂ ਨੰਦ ਲਾਲ ਜੀ, ਤੁਸੀਂ ਏਲਚੀ ਬਣ ਕੇ ਬਾਦਸ਼ਾਹ ਦੇ ਆਏ ਸੀ ਜੀ। ਅਸੀਂ ਤੁਹਾਨੂੰ ਆਪਣੇ ਵਕੀਲ ਬਣਾ ਕੇ ਤੋਰਿਆ ਸੀ, ਤੁਸੀਂ ਲਿਖਤੀ ਤੌਰ ਤੇ ਲਿਆ ਵਾਦਾ ਵਚਨ। ਹਾਂਜੀ। ਹੁਣ ਬਾਦਸ਼ਾਹ ਨੂੰ ਕਹਿ ਕੇ ਸਾਡਾ ਵਚਨ ਪੂਰਾ ਕਰਵਾਓ ਜੀ। ਔਰ ਦਿਨ ਤੁਹਾਡੇ ਕੋਲ 2-4 ਹੀ ਆ, ਇਹ ਕਰੋ ਤੁਸੀਂ, ਅਸੀਂ ਗਾਂ ਤੁਰਨਾ। ਠੀਕ। ਅਗਲੇ 2-3 ਦਿਨਾਂ ਦੇ ਵਿੱਚ ਹੀ ਬਾਦਸ਼ਾਹ ਨੂੰ ਕਹੋ ਕਿ ਉਹ ਆਪਣਾ ਕੀਤਾ ਹੋਇਆ ਵਚਨ ਜਿਹੜਾ ਉਹ ਪੂਰਾ ਕਰੇ। ਸੋ ਭਾਈ ਨੰਦ ਲਾਲ ਸਤਿਗੁਰੂ ਦਾ ਆਦੇਸ਼ ਲੈ ਕੇ ਹਾਕਮ ਰਾਏ ਨੂੰ ਮਿਲਿਆ। ਹਾਂਜੀ। ਹਾਕਮ ਰਾਏ ਬਾਦਸ਼ਾਹ ਦਾ ਮਾਮਾ ਜੀ ਨੂੰ ਨਾਲ ਲੈ ਕੇ ਸਤਿਗੁਰੂ ਕੋਲ ਗਿਆ ਸੀ। ਹਾਂਜੀ। ਔਰ ਬਾਦਸ਼ਾਹ ਦਾ ਵੱਡਾ ਦਰਬਾਰੀ ਵੀ ਸੀ, ਵੱਡਾ ਸਲਾਹਕਾਰ ਵੀ ਬਾਦਸ਼ਾਹ ਦੇ ਇਹੀ ਸੀ। ਔਰ ਬਾਦਸ਼ਾਹ ਬਹਾਦਰ ਸ਼ਾਹ ਦਾ ਸਗਾ ਮਾਮਾ ਸੀ ਹਾਕਮ ਰਾਏ।
ਹਾਕਮ ਰਾਏ ਨੇ ਤੇ ਭਾਈ ਨੰਦ ਲਾਲ ਨੇ ਬਾਦਸ਼ਾਹ ਨਾਲ ਗੱਲ ਕੀਤੀ ਵੀ ਹੁਣ ਸਮਾਂ ਆ ਗਿਆ, ਸਤਿਗੁਰੂ ਕਹਿੰਦੇ ਵਚਨ ਪੂਰਾ ਕਰੋ, ਹਾਂਜੀ, ਜਿਹੜਾ ਤੁਸੀਂ ਵਚਨ ਕੀਤਾ ਹੋਇਆ ਲਿਖਤੀ ਤੌਰ ਤੇ ਵਾਅਦਾ ਦਿੱਤਾ ਪੂਰਾ ਕਰੋ। ਜੀ ਜੀ। ਤੇ ਜਦੋਂ ਦੋਨੇ ਜਾ ਕੇ ਇਕੱਠੇ ਬਾਦਸ਼ਾਹ ਨੂੰ ਕਰਨ ਲੱਗੇ ਤੇ ਬਾਦਸ਼ਾਹ ਕਹਿੰਦਾ ਬਈ ਸਤਿਗੁਰੂ ਇੱਕ ਆਦੇਸ਼ ਦੀ ਗੱਲ ਕਰਦੇ, ਜਿਹੜਾ ਆਦੇਸ਼ ਕਰਨਗੇ, ਜੋ ਹੁਕਮ ਕਰਨਗੇ ਮੰਨ ਲਾਂਗੇ, ਜੋ ਵੀ ਕਰਨਗੇ ਸਤਿਗੁਰੂ, ਐਡੀ ਕਿਹੜੀ ਗੱਲ ਹੈ, ਅਸੀਂ ਤਾਂ ਜੋ ਵੀ ਕਹਿੰਦੇ ਤੇ ਇਦਾਂ ਕਰੋ। ਸਤਿਗੁਰੂ ਨੂੰ ਕਿਲੇ 'ਚ ਹੀ ਸੱਦ ਲਓ ਫਿਰ ਦਰਬਾਰੇ ਖਾਸ ਦੇ ਅੰਦਰ, ਨਾਲੇ ਤਾਂ ਉਹਨਾਂ ਦੀ ਦਾਵਤ ਕਰਦੇ ਆ, ਦੁਪਹਿਰ ਦਾ ਕੱਲ ਦਾ ਭੋਜਨ ਜਿਹੜਾ ਆ ਉਹ ਇੱਥੇ ਕਰਨ, ਸਵੇਰ ਦੇ ਟਾਈਮ ਆਉਣ, ਤੇ ਉਹ ਨਿਤਨੇਮ ਤੋਂ ਬਾਅਦ ਹੀ ਸਤਿਗੁਰੂ ਨੇ ਆਉਣਾ ਹੁੰਦਾ ਆ, ਵੀ ਸਵੇਰ ਦਾ ਨਿਤਨੇਮ ਲੱਗਣਾ ਹੈ, ਸਾਰਾ ਕੁਛ ਕਰਕੇ ਉਦੋਂ ਬਾਅਦ ਆਉਣਾ, ਉਦੋਂ ਬਾਅਦ ਤੁਰੰਤ ਆ ਜਾਣਾ ਸਤਿਗੁਰੂ, ਤੇ ਦੁਪਹਿਰ ਦਾ ਭੋਜਨ ਸਾਡੇ ਕੋਲ ਹੀ ਕਰਨ ਤੇ ਸੱਦੋ, ਤੇ ਉਦੋਂ ਆਪਾਂ ਜੋ ਸਤਿਗੁਰੂ ਕਹਿਣਗੇ ਉਹ ਕਰ ਦਿਆਂਗੇ, ਜੋ ਲਿਖਤੀ ਵਚਨ ਦੀ ਗੱਲ ਆ ਉਹ ਪੂਰੀ ਕਰ ਦਿਆਂਗੇ, ਸਤਿਗੁਰੂ ਜੋ ਕਹਿਣਗੇ ਉਹ ਕਰ ਦਿਆਂਗੇ। ਇਹ ਬਾਦਸ਼ਾਹ ਨੇ ਵਾਅਦਾ ਕਰਦੇ ਹਾਕਮ ਰਾਏ ਨਾਲ, ਭਾਈ ਨੰਦ ਲਾਲ ਨਾਲ, ਤੇ ਦੋਨੇ ਹੀ ਫਿਰ ਬਾਦਸ਼ਾਹ ਦੇ ਏਲਚੀ ਬਣ ਕੇ ਸਤਿਗੁਰੂ ਨੂੰ ਸੱਦਾ ਦੇਣ ਚਲੇ ਗਏ। ਸੋ ਸਤਿਗੁਰੂ ਇਹਨਾਂ ਦੇ ਸੱਦਾ ਪ੍ਰਵਾਨ ਕਰਕੇ ਹਾਂਜੀ ਕਿਲੇ ਜਾ ਗਿਆ। ਠੀਕ ਹੈ, ਮੈਂ ਗੱਲ ਬਹੁਤ ਛੋਟੀ ਕੀਤੀ ਹੈ। ਹਾਂਜੀ ਹਾਂਜੀ। ਜਦੋਂ ਕਿਲੇ 'ਚ ਆ ਗਿਆ, ਦਰਬਾਰ ਲੱਗਾ ਆ, ਬੈਠ ਕੇ ਉਦਾਂ ਹੀ ਦਰਬਾਰ ਲਾ ਕੇ ਬਾਦਸ਼ਾਹ ਫਿਰ ਬੈਠ ਗਿਆ ਆ ਜੀ। ਤੇ ਜਦੋਂ ਦਰਬਾਰ ਲੈ ਕੇ ਬੈਠ ਕੇ ਗੱਲਬਾਤ ਚੱਲੀ ਆ, ਆਓ ਭਗਤ ਵੀ ਹੋਈ ਆ, ਆਉਂਦਿਆਂ ਜਲਪਾਨ ਵੀ, ਉਹਨਾਂ ਦਿਨਾਂ 'ਚ ਲੱਸੀ ਜਲਪਾਨ ਸਾਰਾ ਕੁਝ ਪੁੱਛਿਆ ਜਾਂਦਾ ਹੁੰਦਾ ਸੀਗਾ। ਤੇ ਜਦੋਂ ਸਾਰਾ ਕੁਝ ਜਲਪਾਨ ਵਾਲੀ ਗੱਲ ਹੋ ਗਈ ਆ, ਗੱਲਬਾਤ ਸ਼ੁਰੂ ਹੋਈ ਆ, ਤੇ ਬਾਦਸ਼ਾਹ ਨੇ ਕਿਹਾ ਸਤਿਗੁਰੂ ਜੀ, ਉੱਦਾਂ ਹੀ ਬਿਲਕੁਲ ਬਾਦਸ਼ਾਹ ਨੇ ਸਤਿਗੁਰੂ ਨੂੰ ਬਿਠਾਇਆ ਜਿੱਦਾਂ ਪਹਿਲੀ ਮੁਲਾਕਾਤ ਦੇ ਵਿੱਚ ਬਿਠਾਇਆ ਸੀ। ਆਪ ਬਾਦਸ਼ਾਹ ਤਖਤ ਤੇ ਬੈਠਾ ਆ, ਚੰਦਨ ਦੀ ਚੌਂਕੀ ਜਿਹੜੀ ਤਖਤ ਤੋਂ ਉੱਚੀ ਆ, ਉੱਥੇ ਸਤਿਗੁਰੂ ਨੂੰ ਬਿਠਾਇਆ ਗਿਆ। ਸਤਿਗੁਰੂ ਨਾਲ ਜਿਹੜੇ 5 ਸਿੰਘ ਆਏ ਆ ਉਹ ਸਤਿਗੁਰੂ ਦੇ ਆਲੇ ਦੁਆਲੇ ਬੈਠੇ ਆ, ਔਰ ਅਹਿਲਕਾਰ ਨਾਲ ਬੈਠੇ ਆ, ਖਾਸ ਜਿਹੜੇ ਗਾਂ ਭਾਈ ਨੰਦ ਲਾਲ ਖੜਾ ਆ, ਭਾਈ ਹਾਕਮ ਰਾਏ ਖੜਾ ਇਧਰਲੇ ਬੰਨੇ ਨਾਲ ਸਤਿਗੁਰੂ ਦੇ, ਪਿਛਲੇ ਬੰਨੇ ਭਾਈ ਨੰਦ ਲਾਲ ਖੜਾ ਆ, ਬਾਦਸ਼ਾਹ ਦੇ ਤਖਤ ਦੇ ਨਾਲ ਪਿਛਲੇ ਬੰਨੇ ਹਾਕਮ ਰਾਏ ਖੜਾ ਆ, ਤੇ ਬਾਕੀ ਦਰਬਾਰੀ ਮੋਹਰੇ ਬੈਠੇ ਸਿਆਣੇ ਕਾਜੀ ਮੁਲਾਣੇ ਜਿਹੜੇ ਉਹ ਵੀ ਬੈਠੇ ਆ ਦਰਬਾਰ ਦੇ ਵਿੱਚ। ਤੇ ਹੁਣ ਉਹਨਾਂ ਦੀ ਹਾਜ਼ਰੀ ਦੇ ਵਿੱਚ ਹੀ ਉਮਰਾਵ ਬੈਠੇ ਆ, ਕਾਜੀ ਬੈਠੇ ਆ, ਅਹਿਲਕਾਰ ਬੈਠੇ ਆ, ਮੰਤਰੀ ਬੈਠੇ ਆ, ਵਿਦਵਾਨ ਬੈਠੇ, ਸਾਰੇ ਬੈਠੇ। ਤੇ ਬਾਦਸ਼ਾਹ ਕਹਿੰਦਾ ਬੇਸੀ ਪਾਬੰਦ ਆ ਸਤਿਗੁਰੂ ਜੀ, ਵੀ ਜਿਹੜਾ ਤੁਸੀਂ ਵਚਨ ਲਿਖਤੀ ਤੌਰ ਤੇ ਕੀਤਾ, ਤੁਸੀਂ ਇੱਕ ਨਹੀਂ ਜਿਹੜਾ ਵੀ ਆਦੇਸ਼ ਦਿਓਗੇ ਅਸੀਂ ਮੰਨਾਂਗੇ। ਠੀਕ ਤੂੰ ਭਾਈ ਨੰਦ ਲਾਲ ਨੇ ਗੱਲ ਤੋਰੀ ਹੋਈ ਸੀਗੀ। ਤੇ ਸਤਿਗੁਰੂ ਜੀ ਬੜੇ ਸਹਿਜ ਨਾਲ ਕਹਿੰਦੇ ਬਹਾਦਰ ਸ਼ਾਹ, ਅਸੀਂ ਆਦੇਸ਼ ਬਾਦਸ਼ਾਹ ਦਾ ਹੀ ਚੱਲਣਾ ਚਾਹੀਦਾ, ਹੁਕਮ ਬਾਦਸ਼ਾਹ ਦਾ ਹੀ ਚੱਲਣਾ ਚਾਹੀਦਾ ਉਹਦੇ ਰਾਜ ਦੇ ਅੰਦਰ। ਅਸੀਂ ਤੇ ਤੋਂ ਸਾਰੇ ਹੁਕਮ ਨਹੀਂ ਮਨਾਉਣੇ, ਅਸੀਂ ਤਾਂ ਸਿਰਫ ਤੇ ਤੋਂ ਇੱਕ ਗੱਲ ਮਨਵਾਉਣੀ ਜਿਹੜੀ ਤੂੰ ਲਿਖਤੀ ਤੌਰ ਤੇ ਕੀਤੀ ਹੋਈ ਆ, ਬਾਕੀ ਸਾਰੀ ਤੇਰੀ ਤੂੰ ਜਿੱਦਾਂ ਰਾਜ ਚਲਾਉਣਾ ਤੂੰ ਉਦਾਂ ਹੀ ਚਲਾਉਣਾ ਆ। ਅਸੀਂ ਤੈਨੂੰ ਇਹ ਗੱਲ ਕਹਿਣੀ ਵੀ ਰਾਜ ਨਿਆਂਕਾਰੀ ਚਲਾ, ਕਲਿਆਣਕਾਰੀ ਚਲਾ, ਉਹ ਸਾਡੀ ਗੱਲ ਹੈਗੀ ਆ, ਪਰ ਇੱਕ ਗੱਲ ਅਸੀਂ ਤੇ ਤੋਂ ਖਾਸ ਬਣਾਉਣੀ ਆ, ਬਸ ਇੱਕੋ ਹੀ, ਜਿਹੜਾ ਸਾਡਾ ਹੱਕ ਬਣਦਾ ਆ। ਤੇ ਬਾਕੀ ਤੇਰੇ ਜਦੋਂ ਤੋਂ ਆਪਣੇ ਉਹ ਕਹਿੰਦਾ ਸਤਿਗੁਰੂ ਜੀ ਦੱਸੋ ਕਿਹੜੀ ਇੱਕ ਗੱਲ ਹੈ ਜਿਹੜੀ ਹੈਗੀ ਆ। ਤੇ ਸਤਿਗੁਰੂ ਜੀ ਕਹਿੰਦੇ ਵੀ ਜਿਸ ਸੂਬੇਦਾਰ ਨੇ ਸਿੱਖਾਂ ਤੇ ਜ਼ੁਲਮ ਕੀਤੇ ਆ, ਆਨੰਦਪੁਰ ਨੂੰ ਜਾੜਿਆ ਆ, ਕੁਰਾਨ ਦੀਆਂ ਝੂਠੀਆਂ ਕਸਮਾਂ ਖਾ ਕੇ ਬਾਅਦ ਚ ਉਹਨਾਂ ਤੇ ਖੜਾ ਨਹੀਂ ਹੋਇਆ, ਔਰ ਮਾਸੂਮਾਂ ਤੇ ਬਜ਼ੁਰਗਾਂ ਨੂੰ ਤਸੀਹੇ ਦਿੱਤੇ ਆ, ਜਿਹਨੇ ਛੋਟੇ ਸਾਹਿਬਜ਼ਾਦੇ ਨੂੰ ਨੀਹਾਂ ਦੇ ਵਿੱਚ ਚਨਾਇਆ ਆ, ਔਰ ਨਿਰਦੋਸ਼ ਕਤਲ ਕੀਤੇ ਆ, ਜਿਹਨੇ ਇਲਾਕੇ ਦੇ ਵਿੱਚ ਕੋਈ ਸਿੱਖ ਨਹੀਂ ਰਹਿੰਦਾ, ਉਹ ਸਾਡਾ ਗੁਨਾਹਗਾਰ ਆ ਸੂਬੇਦਾਰ। ਉਹ ਸੂਬੇਦਾਰ ਨੂੰ ਸਾਡੇ ਹਵਾਲੇ ਕਰ ਦਿਓ, ਬਿਲਕੁਲ ਉਵੇਂ ਜਿਵੇਂ ਜਹਾਂਗੀਰ ਬਾਦਸ਼ਾਹ ਨੇ, ਸਾਡੇ ਤੁਹਾਡਾ ਦਾਦਾ ਸੀ ਜਹਾਂਗੀਰ ਬਾਦਸ਼ਾਹ, ਜਿੱਦਾਂ ਤੁਹਾਡੇ ਦਾਦੇ ਨੇ ਸਾਡੇ ਦਾਦੇ ਕੋਲ ਚੰਦੂ ਨੂੰ ਕੀਤਾ ਸੀ, ਉਹਨੂੰ ਅਸੀਂ ਉਹਨੂੰ ਆਪਣੇ ਹਿਸਾਬ ਨਾਲ ਦੰਡ ਦਿਆਂਗੇ, ਜਿੱਦਾਂ ਦੇ ਸਤਿਗੁਰੂ ਨੇ ਅਸੀਂ ਦੰਡ ਵੀ ਦਿਆਂਗੇ। ਅਸੀਂ ਨਿਆਂ ਵੀ, ਧਰਮ ਦਾ ਨਿਆਂ ਵੀ ਕਰਾਂਗੇ, ਅਸੀਂ ਜਾਤੀ ਵੀ ਨਹੀਂ ਕਰਨੀ, ਅਸੀਂ ਧਰਮ ਦਾ ਨਿਆਂ ਵੀ ਕਰਾਂਗੇ, ਪਰ ਅਸੀਂ ਦੰਡ ਵੀ ਦਿਆਂਗੇ, ਅਸੀਂ ਆਪਣੇ ਇੱਥੇ ਨੂੰ ਦੰਡ ਦੇਣਾ ਚਾਹੁੰਦੇ ਹਾਂ। ਸੋ ਸੂਬੇਦਾਰ ਸਾਡੇ ਹਵਾਲੇ ਕਰ ਦਿਓ। ਇੱਕੋ ਹੀ ਗੱਲ ਆ, ਇੱਕੋ ਹੀ ਜਿਹੜੀ ਤੁਹਾਡੇ ਤੋਂ ਅਸੀਂ ਕਿਹਾ ਸੀ ਇੱਕ ਵਚਨ ਤੁਸੀਂ ਮੰਨੋਗੇ, ਤੁਸੀਂ ਕਿਹਾ ਮੰਨਾਂਗੇ, ਲਿਖਤੀ ਵਚਨ ਦਿੱਤਾ ਹੋਇਆ। ਸੋ ਅੱਜ ਸਮਾਂ ਆ ਗਿਆ, ਵਚਨ ਪੂਰਾ ਕਰੋ, ਸੂਬੇਦਾਰ ਸਾਡੇ ਹਵਾਲੇ ਕਰ ਦਿਓ। ਠੀਕ ਹੈ। ਇਹ ਸੁਣ ਕੇ ਬਾਦਸ਼ਾਹ ਸੋਚੀ ਪੈ ਗਿਆ, ਕੋਈ ਜਵਾਬ ਨਾ ਉਹਨੂੰ ਔੜੇ। ਕਹਿੰਦਾ ਸਤਿਗੁਰੂ ਜੀ ਥੋੜਾ ਜਿਹਾ ਸਮਾਂ ਦਿਓ, ਮੈਂ ਆਪਣੇ ਦਰਬਾਰੀਆਂ ਨਾਲ, ਆਪਣੇ ਅਹਿਲਕਾਰਾਂ ਨਾਲ, ਮਲਾਣਿਆਂ ਨਾਲ, ਸਾਰਿਆਂ ਨਾਲ, ਕਾਜੀਆਂ ਨਾਲ, ਸਾਰਿਆਂ ਨਾਲ ਸਲਾਹ ਕਰ ਲਵਾਂ, ਕਿਉਂਕਿ ਗੱਲ ਵੱਡੀ ਆ ਬਹੁਤ। ਮੁਗਲਿਆ ਹਕੂਮਤ ਦਾ ਸਭ ਤੋਂ ਵੱਡਾ ਸੂਬਾ ਸੀ ਸਰਹੰਦ ਦਾ ਸੂਬਾ, ਔਰ ਸਭ ਤੋਂ ਤਾਕਤਵਰ ਸੂਬੇਦਾਰ ਗਿਣਿਆ ਗਿਆ ਸੀ ਵਜ਼ੀਰ ਖਾਨ, ਤੇ ਉਹਨੂੰ ਹਵਾਲੇ ਕਰਨਾ ਕਿਤੇ ਛੋਟੀ ਜੀ ਗੱਲ ਨਹੀਂ ਸੀ। ਤੇ ਉਹਨੇ ਮਦਦ ਵੀ, ਕਿਉਂਕਿ ਪੰਜਾਬ ਵਾਲੇ ਬੰਨੇ ਨੇੜੇ ਸੀਗਾ ਬਾਦਸ਼ਾਹ, ਉਧਰਲੇ ਬੰਨੇ ਸੀਗਾ ਤਾਰਾ ਆਜਮ ਦੱਖਣ ਵਾਲੇ ਬੰਨੇ ਆ ਰਿਹਾ ਸੀ, ਉਹਨੇ ਮਦਦ ਵੀ ਬਹਾਦਰ ਸ਼ਾਹ ਦੀ ਕੀਤੀ ਸੀ। ਉੱਥੋਂ ਲੰਘਦਿਆਂ ਨਾਲ ਥੋੜੇ ਪੈਸੇ ਵੀ ਦਿੱਤੇ, ਖਜ਼ਾਨਾ ਵੀ ਦਿੱਤਾ, ਖਜ਼ਾਨਾ ਸਾਰਾ ਬਾਕੀ ਤਾਰਾ ਆਜਮ ਕੋਲ ਸੀ, ਪਰ ਜਾਂਦਿਆਂ ਲਾਹੌਰ ਦਾ ਸੂਬੇਦਾਰ ਜਦੋਂ ਇੱਧਰਲੇ ਬੰਨੇ ਤੁਰਿਆ ਬਾਦਸ਼ਾਹ,
ਕਾਬਲ ਵਾਲੇ ਬੰਨਿਓ ਜਦੋਂ ਪਤਾ ਲੱਗਾ ਪਿਤਾ ਦਾ ਕਾਗਰੇ ਵੱਲ ਨੂੰ ਤੁਰਿਆ ਤੇ ਪੰਜਾਬ ਚੋਂ ਲੰਘ ਕੇ ਜਾਣਾ ਸੀਗਾ। ਮਲਤਾਨ ਦਾ ਸੂਬਾ ਸੀ, ਪੰਜਾਬ ਦਾ ਸੂਬਾ ਸੀ, ਸਰਹੰਦ ਦਾ ਸੂਬਾ ਸੀ। ਮਲਤਾਨ, ਲਾਹੌਰ ਤੇ ਸਰਹੰਦ ਦੇ ਸੂਬੇ ਤਿੰਨੇ ਪਾਰ ਕਰਨੇ ਸੀ। ਇਹਨਾਂ ਤਿੰਨਾਂ ਸੂਬਿਆਂ ਨੇ ਬਹਾਦਰ ਸ਼ਾਹ ਦੀ ਮਦਦ ਕੀਤੀ ਸੀ, ਕਿਉਂਕਿ ਬਹਾਦਰ ਸ਼ਾਹ ਪਹਿਲਾਂ ਵੀ ਇੱਧਰ ਰਹਿ ਚੁੱਕਾ ਹੋਇਆ ਸੀਗਾ। ਉਹਨਾਂ ਦੀ ਤਾਰਾ ਆਜ਼ਮ ਨਾਲ ਨਹੀਂ ਸੀ ਸਾਂਝ, ਉਹਨਾਂ ਦੀ ਸਾਂਝ ਬਹਾਦਰ ਸ਼ਾਹ ਨਾਲ ਸੀ। ਤੇ ਸਭ ਤੋਂ ਜ਼ਿਆਦਾ ਵੱਡਾ ਸੂਬਾ ਸਰਹੰਦ ਦਾ ਸੂਬਾ, ਤਾਕਤਵਰ ਵੀ ਸੀਗਾ, ਫੌਜਾਂ ਵੀ ਜ਼ਿਆਦੀਆਂ ਸੀ ਉਹਦੇ ਕੋਲ। ਤੇ ਹੁਣ ਬਾਦਸ਼ਾਹ ਸੋਚੀ ਪੈ ਗਿਆ, ਸੋਚੀ ਪੈ ਗਿਆ, ਕੋਈ ਜਵਾਬ ਨਹੀਂ ਔੜਿਆ ਅੱਗੋਂ। ਤੇ ਆਖਣ ਲੱਗਾ, ਸਾਰੇ ਦਰਬਾਰੀ ਵੀ ਚੁੱਪ ਕਰ ਗਏ ਇੱਕਦਮ। ਹਾਂਜੀ, ਵੀ ਕਿੱਡੀ ਵੱਡੀ ਗੱਲ ਹੈ ਵੀ ਆਪਣਾ ਸੂਬਾ, ਤੂੰ ਆਪਣਾ ਸਭ ਤੋਂ ਵੱਡਾ ਤਾਕਤਵਰ ਸੂਬਾ ਸਾਡੇ ਹਵਾਲੇ ਕਰ। ਹਾਂਜੀ ਹਾਂਜੀ, ਛੋਟੀ ਜਿਹੀ ਗੱਲ ਨਹੀਂ ਕਿਸੇ ਬਾਦਸ਼ਾਹ ਲਈ ਇਹ ਗੱਲ। ਬਾਦਸ਼ਾਹ ਛੇਤੀ ਕੀਤੀ ਆਪਣਾ ਕੋਈ ਅਹਿਲਕਾਰ ਆਪਣੇ ਦੁਸ਼ਮਣ ਦੇ ਹਵਾਲੇ, ਜਿਨ੍ਹਾਂ ਨੇ ਰਾਜ ਦੇ ਵਿੱਚ ਕੀਤੀ ਹੋਈ ਗੱਲਬਾਤ ਉਹਨਾਂ ਦੇ ਹਵਾਲੇ ਨਹੀਂ ਕਰਦੇ। ਤੇ ਸਤਿਗੁਰੂ ਤੇ ਇੱਕ ਵਿਰੋਧੀ ਤਾਕਤ ਦੇ ਤੌਰ ਤੇ ਲੜ ਰਿਹਾ ਸੀ ਨਾ ਮੁਗਲ ਕੌਮ ਦੇ ਖਿਲਾਫ। ਜੀ ਜੀ, ਤੇ ਬਹੁਤ ਵੱਡੀ ਹਾਰ ਆ। ਚੰਦੂ ਜਿਹੜਾ ਜਹਾਂਗੀਰ ਨੇ ਹਵਾਲੇ ਕੀਤਾ ਸੀ, ਬਹੁਤ ਵੱਡੀ ਹਾਰ ਮੰਨ ਕੇ ਕੀਤਾ ਸੀਗਾ। ਜੀ ਜੀ ਜੀ, ਇੱਕ ਤਰ੍ਹਾਂ ਦਾ ਇਹ ਬਗਾਵਤਾਂ ਸਾਰੇ ਬੰਨੇ ਫੈਲ ਰਹੀਆਂ ਸੀ, ਬਗਾਵਤਾਂ ਨੂੰ ਠੱਪਣ ਲਈ ਕੀਤਾ ਸੀ। ਇਹ ਛੋਟੀ ਜੀ ਗੱਲ ਨਹੀਂ ਸੀ, ਦੁਨੀਆ ਭਰ ਦੇ ਵਿੱਚ ਇੱਕੋ ਉਦਾਹਰਨ ਮਿਲਦੀ ਹੈ ਇਸ ਗੱਲ ਦੀ। ਸੋ ਵੱਡੀ ਗੱਲ ਸੀਗੀ ਸਰ, ਕਿਉਂ ਕਹਿੰਦਾ ਮੈਨੂੰ ਥੋੜਾ ਜਿਹਾ ਜੀ ਸਮਾਂ ਦਿਓ, ਸਮਾਂ ਦਿਓ। ਦਰਬਾਰੀਆਂ ਨਾਲ ਸਲਾਹ ਕਰਨ ਦਾ, ਅਹਿਲਕਾਰਾਂ ਨਾਲ ਸਲਾਹ ਕਰਨ ਦਾ, ਸਾਰਿਆਂ ਨਾਲ ਸਲਾਹ ਕਰਨ ਦਾ ਥੋੜਾ ਜਿਹਾ ਸਮਾਂ ਚਾਹੀਦਾ। ਠੀਕ। ਸਤਿਗੁਰੂ ਜੀ ਕਹਿੰਦੇ ਬਈ ਬਾਦਸ਼ਾਹ ਬਹਾਦਰ ਸ਼ਾਹ, ਤੂੰ ਜਿੰਨਾ ਅਹਿਲਕਾਰਾਂ ਨਾਲ ਸਲਾਹ ਕਰਕੇ, ਨਾਲੇ ਸਤਿਗੁਰੂ ਨੇ ਹਾਕਮ ਰਾਏ ਵਾਲੇ ਦੇਖਿਆ ਉਹਦੇ ਮਾਮੇ ਨੇ ਜੀ, ਵੀ ਜਿੰਨਾ ਅਹਿਲਕਾਰਾਂ ਨਾਲ ਸਲਾਹ ਕਰਕੇ ਜੀ ਤੂੰ ਸਾਡੇ ਤੋਂ ਮਦਦ ਮੰਗੀ ਸੀ, ਜਾਂ ਜਿੰਨਾ ਅਹਿਲਕਾਰਾਂ ਨੂੰ ਤੂੰ ਸਾਡੇ ਕੋਲ ਮਦਦ ਮੰਗਣ ਭੇਜਿਆ ਸੀ, ਉਹ ਤੇਰੇ ਦਰਬਾਰ 'ਚ ਹੀ ਆ ਜੀ। ਤੇ ਹੋਰ ਸਲਾਹ ਕਿਹਦੇ ਕੋਲ ਲੈਣੀ ਤੂੰ ਏਦਾਂ ਕਰ, ਇਹਨਾਂ ਨਾਲ ਸਲਾਹ ਕਰ ਲਾ। ਹਾਂਜੀ, ਕਿਤੇ ਬਾਹਰ ਥੋੜਾ ਸਲਾਹ ਕਰਨ ਜਾਣਾ। ਹਾਂਜੀ, ਤੂੰ ਇਹਨਾਂ ਦਾ ਪਾਸੇ ਹੋ ਕੇ ਸਲਾਹ ਕਰਨੀ ਤੇ ਸਲਾਹ ਕਰ, ਪਾਸੇ ਹੋ ਕੇ। ਪਰ ਕਿਉਂਕਿ ਚਮਾਸਾ ਖਤਮ ਹੁੰਦਾ ਜਾ ਰਿਹਾ, ਅਸੀਂ ਗਾਂਹ ਨਹੀਂ ਤੁਰਨਾ, ਸਾਨੂੰ ਹੁਣ ਦੱਖਣ ਵੱਲ ਦੀ ਖਿੱਚ ਪਈ ਹੋਈ ਆ, ਉੱਥੇ ਵੀ ਸਾਨੂੰ ਕੋਈ ਆਵਾਜ਼ਾਂ ਮਾਰ ਰਿਹਾ, ਅਸੀਂ ਉੱਥੇ ਪਹੁੰਚਣਾ ਆ। ਤੇ ਅਸੀਂ ਤੇਰੇ ਤੋਂ ਜੇ ਤੂੰ ਕਰ ਸਕਦਾ, ਨਹੀਂ ਤਾਂ ਅਸੀਂ ਆਪਣਾ ਆਪੇ ਕਰਾਂਗੇ। ਹਾਂਜੀ ਹਾਂਜੀ, ਤੇ ਜੇ ਸਲਾਹ ਕਰਨੀ ਤੇ ਕਰ ਹੁਣੇ, ਤੇ ਜੋ ਵੀ ਪਾਸੇ ਹੋ ਕੇ ਕਰ ਲਾ, ਸਾਨੂੰ ਅੱਜ ਜਵਾਬ ਦੇ। ਹਾਂਜੀ, ਹੱਥ ਜੋੜ ਕੇ ਕਹਿੰਦਾ ਸਤਿਗੁਰੂ ਜੀ ਦੁਪਹਿਰ ਦੇ ਭੋਜਨ ਤੱਕ ਦਾ ਸਮਾਂ ਦੇ ਦਿਓ। ਠੀਕ ਹੈ, ਵੀ ਇੱਕਦਮ ਨਾ, ਦੁਪਹਿਰ ਦੇ ਭੋਜਨ ਤੱਕ ਦਾ ਸਮਾਂ ਦੇ ਦਿਓ, ਤੁਸੀਂ ਐਨ ਖੁਸ਼ੀ ਨਾਲ ਬੈਠੋ, ਤੁਹਾਡੀ ਗੱਲ ਮੰਨਾਂਗੇ। ਹਾਂਜੀ, ਪਰ ਆਪਾਂ ਦੁਪਹਿਰ ਦਾ ਭੋਜਨ ਤੁਹਾਨੂੰ ਸੱਦਿਆ ਹੋਇਆ, ਦੁਪਹਿਰ ਦਾ ਭੋਜਨ ਤਿਆਰ ਹੈ, ਤੁਸੀਂ ਦੁਪਹਿਰ ਦਾ ਭੋਜਨ ਛਕੋ ਜਾਂਦੇ ਹੀ ਜੀ, ਤੇ ਅਸੀਂ ਜਾਂਦੇ ਕੋਈ ਨਾ ਕੋਈ ਦੁਪਹਿਰ ਦੇ ਭੋਜਨ ਤੱਕ ਦਾ ਸਮਾਂ ਦਿਓ। ਹਾਂਜੀ, ਸੋ ਸਤਿਗੁਰੂ ਲਈ 36 ਪ੍ਰਕਾਰ ਦੇ ਭੋਜਨ ਤਿਆਰ ਕਰਵਾਏ ਹੋਏ ਸੀ, ਪਕਵਾਨ ਤਿਆਰ ਕਰਵਾਏ ਸੀ ਬਾਦਸ਼ਾਹ ਨੇ ਜੀ। ਸਤਿਗੁਰੂ ਲਈ ਦਸਤਰਖਾਨ ਵਿਛ ਗਿਆ ਦਾਵਤ ਦਾ। ਹਾਂਜੀ, ਔਰ ਸਤਿਗੁਰੂ ਜੀ ਲਈ 36 ਪਕਵਾਨ ਦੇ ਭੋਜਨ ਕੀਤੇ ਗਏ, ਪੇਸ਼ ਕੀਤੇ ਗਏ। ਔਰ ਇਸੇ ਜਦ ਤੋਂ ਸਤਿਗੁਰੂ ਜੀ ਭੋਜਨ ਕਰ ਰਿਹਾ, ਕੁਰਲਾ ਸ਼ੁਰਲਾ ਕਰ ਰਿਹਾ, ਅਰਦਾਸ ਕਰਨੀ ਹੈ, ਤਦ ਤੱਕ ਬਾਦਸ਼ਾਹ ਨੇ ਆਪਣੇ ਦਰਬਾਰੀਆਂ ਨਾਲ ਜਿਹੜੀ ਗੱਲ ਕਰਨੀ, ਥੋੜੀ ਬੜੀ ਗੱਲਬਾਤ ਵੀ ਪਾਸੇ ਹੋ ਕੇ ਕਰ ਲਈ ਆ। ਹਾਂਜੀ, ਹੁਣ ਭੋਜਨ ਤੋਂ ਬਾਅਦ ਫੇਰ ਦੁਬਾਰਾ ਦਰਬਾਰੇ ਖਾਸ ਸਜਿਆ ਹੈ। ਹਾਂਜੀ, ਬੈਠੇ ਆ, ਤੇ ਹੁਣ ਜਿਹੜੀ ਜਿੱਦਾਂ ਕਹਿੰਦੇ ਵੀ ਗੇਂਦ ਜਿਹੜੀ ਆ ਬਾਦਸ਼ਾਹ ਦੇ ਪਾਲੇ 'ਚ ਆ ਜੀ ਜੀ, ਉਹਨੂੰ ਸ਼ਹਿ ਤੇ ਮਾਤ ਦੋਨੇ ਉਹਨੂੰ ਲੱਗ ਚੁੱਕੀਆਂ ਸਤਰੰਜ ਦੀ ਖੇਡ ਮੁਤਾਬਕ। ਹਾਂਜੀ, ਤੇ ਹੁਣ ਬਾਦਸ਼ਾਹ ਨੇ ਗੱਲ ਕਰਨੀ, ਬਾਦਸ਼ਾਹ ਹੱਥ ਜੋੜ ਕੇ ਕਹਿੰਦਾ ਸਤਿਗੁਰੂ ਜੀ ਬੇਸੀ ਸਲਾਹ ਵੀ ਕੀਤੀ ਆ, ਤੇ ਅਸੀਂ ਸਾਰੇ ਸੋਚਦੇ ਆ ਮੇਰੇ ਦਰਬਾਰੀ ਵੀ ਹਾਲੇ ਸਾਡਾ ਰਾਜ ਪ੍ਰਬੰਧ ਜਿਹੜਾ ਨਵਾਂ ਨਵਾਂ ਆ। ਹਾਂਜੀ ਹਾਂਜੀ, ਹਾਲੇ ਸਾਡੀ ਪੂਰੇ ਹਿੰਦੁਸਤਾਨ ਦੇ ਪਕੜ ਨਹੀਂ ਹੋਈ ਸਾਡੀ। ਰਾਜਪੂਤਾਨੇ 'ਚ ਵੀ ਅਜੇ ਬਗਾਵਤ ਖੜੀ ਆ ਜੀ, ਦੱਖਣ 'ਚ ਵੀ ਬਗਾਵਤ ਖੜੀ ਆ। ਤੇ ਜੇ ਕਿਤੇ ਉਹ ਸੂਬੇਦਾਰ ਤੁਹਾਡੇ ਹਵਾਲੇ ਕਰਨ ਦੀ ਗੱਲ ਕੀਤੀ, ਇੱਥੋਂ ਗੱਲ ਵੀ ਬਾਹਰ ਨਿਕਲ ਗਈ, ਤੇ ਪੰਜਾਬ ਵਾਲੇ ਬੰਨੇ ਵੀ ਬਗਾਵਤ ਫੈਲ ਜਾਣੀ ਆ। ਹਾਂਜੀ ਹਾਂਜੀ, ਮੇਰੇ ਤੋਂ ਸਾਰੀ ਬਗਾਵਤ ਸਾਂਭੀ ਨਹੀਂ ਜਾਣੀ, ਇੱਕ ਗੱਲ ਜੀ। ਦੂਜੀ ਗੱਲ ਹੈ, ਜਿਹੜੇ ਸਾਡੇ ਕਾਜੀ ਮਲਾਣੇ ਹੈਗੇ ਆ, ਹਾਂਜੀ, ਕਿਉਂਕਿ ਧਰਮ ਦੀ ਕੱਟੜਪ੍ਰਸਤੀ ਵਾਲੇ ਹੈਗੇ ਬਹੁਤ ਸਾਰੇ ਜੀ, ਉਹਨਾਂ ਨੇ ਫਤਵਾ ਦੇ ਦੇਣਾ ਕਿ ਬਾਦਸ਼ਾਹ ਨੇ ਇੱਕ ਮੋਮਨ ਕਾਫਰ ਦੇ ਹਵਾਲੇ ਕਰ ਦਿੱਤਾ। ਜੀ ਜੀ, ਆਪਣੇ ਧਰਮ ਨੂੰ ਮੰਨਣ ਵਾਲਾ ਜਿਹੜਾ ਧਰਮ ਦੇ ਵਾਅਦਾ ਕਰ ਰਿਹਾ ਸੀਗਾ, ਆਪਣਾ ਇੱਕ ਮੋਮਨ ਜਿਹੜਾ ਸੀਗਾ ਉਹਨੂੰ ਕਾਫਰ ਦੇ ਹਵਾਲੇ ਕਰ ਦਿੱਤਾ। ਉਹਨਾਂ ਨੇ ਇਹ ਨਹੀਂ ਦੇਖਣਾ ਕਿ ਬਾਦਸ਼ਾਹ ਨਿਆਂ ਕਰ ਰਿਹਾ। ਜੇ ਫਤਵਾ ਕਾਜ਼ੀਆਂ ਮਲਾਣਿਆਂ ਨੇ ਕੁਛ ਨੇ ਰਲ ਕੇ ਜਾਰੀ ਕਰ ਦਿੱਤਾ, ਹਾਂਜੀ, ਤੇ ਫਿਰ ਇਹਨਾਂ ਨੇ ਸਾਰਿਆਂ ਨੇ, ਮੇਰੀ ਅਹਿਲਕਾਰਾਂ ਨੇ, ਮੇਰੀ ਦਰਬਾਰੀਆਂ ਨੇ ਰਲ ਕੇ ਮੈਨੂੰ ਪਾਗਲ ਕਰਾਰ ਦੇ ਦੇਣਾ ਆ। ਤੇ ਜਾਂ ਤਾਂ ਮੈਂ ਆਪ ਹੀ ਪਾਗਲ ਕਰਾਰ ਹੋਇਆ, ਕੰਧਾਂ ਕਿਲੇ ਦੀਆਂ ਕੰਧਾਂ 'ਚ ਟੱਕਰਾਂ ਮਾਰ ਮਾਰ ਕੇ ਮਰ ਜਾਊਗਾ, ਜਾਂ ਇਹਦਾ ਮੈਨੂੰ ਫੜ ਕੇ ਮਾਰ ਦੇਣਾ। ਹਾਂਜੀ, ਤੁਸੀਂ ਮੈਨੂੰ ਰਾਜ ਦਵਾਇਆ, ਮੈਂ ਤੁਹਾਡਾ ਰਿਣੀ ਆ। ਹਾਂਜੀ ਹਾਂਜੀ ਹਾਂਜੀ, ਪਰ ਜੇ ਤੁਹਾਡੀ ਇਹ ਗੱਲ ਮੰਨਦਾ ਤਾਂ ਮੈਨੂੰ ਮੂਹਰੇ ਮੌਤ ਦਿਸਦੀ ਆ, ਪਾਗਲਪਣਾ, ਮੈਨੂੰ ਪਾਗਲ ਕਰਾਰ ਦੇ ਦੇਣਗੇ। ਜੇ ਇਹ ਜਿੱਡੀ ਏਡੀ ਵੱਡੀ ਗੱਲ ਹੈ, ਅੱਜ ਮੇਰਾ ਜਹਾਂਗੀਰ ਵਾਲੇ ਗੱਲ ਹੋਰ ਸੀ, ਉਹਦੀ ਪਕੜ ਸੀ ਬਹੁਤ ਜੀ ਜੀ ਜੀ,
ਅੱਜ ਉਹਦੀ ਪਕੜ ਨਹੀਂ ਹੈਗੀ ਬਗਾਵਤਾਂ ਸਾਰੇ ਬੰਨੇ। ਰਾਜਪੂਤਾਨੇ ਦੀ ਤੇ ਦੱਖਣ ਦੀ ਜਿਹੜੀ ਬਗਾਵਤ ਹੈ ਮੈਨੂੰ ਦਬਾ ਲੈਂਦੇ। ਹਾਂਜੀ ਰਾਜਪੂਤਾਂ ਥੋੜਾ ਕਰ ਲਈਏ ਠੀਕ ਜੀ, ਈਨ ਬਣਾ ਲਈਏ, ਗੇੜਾ ਉੱਧਰ ਲਾ ਕੇ ਦੱਖਣ ਵਾਲੇ ਗੇੜਾ ਲਈਏ, ਫਿਰ ਪੰਜਾਬ ਵਾਲੇ ਆਪਾਂ ਇਕੱਠੇ ਤੁਹਾਡੇ ਨਾਲ ਚੱਲਾਂਗੇ ਜੀ, ਜਿੱਦਾਂ ਜਹਾਂਗੀਰ ਬਾਦਸ਼ਾਹ ਨਾਲ ਗਿਆ ਸੀ, ਜਹਾਂਗੀਰ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਨਾਲ ਗਿਆ ਸੀਗਾ, ਤੇ ਚੱਲਾਂਗੇ ਤੇ ਉੱਥੇ ਜਾ ਕੇ ਤੁਹਾਨੂੰ ਵੀ ਜਿਸ ਤਰ੍ਹਾਂ ਤੁਸੀਂ ਕਹੋਗੇ ਕਰ ਲਵਾਂਗੇ। ਤੁਹਾਡਾ ਸੂਬੇਦਾਰ ਤੁਹਾਡੇ ਹਵਾਲੇ ਕਰ ਜਿੱਦਾਂ ਕਹੋਗੇ ਉਹ ਕਰ ਦਿਆਂਗੇ ਤੁਹਾਡੇ ਹਵਾਲੇ। ਪਰ ਅਜੇ ਮੁਸ਼ਕਿਲ ਆ, ਬਾਕੀ ਜਿੱਦਾਂ ਕਹੋਗੇ ਉਦਾਂ ਕਰ ਦਿਆਂਗੇ। ਬਹੁਤ ਮੁਸ਼ਕਿਲ ਆ, ਉਹਨੇ ਆਪਣੀ ਮਜਬੂਰੀ ਦੱਸੀ ਆ। ਹਾਂਜੀ, ਸਤਿਗੁਰੂ ਜੀ ਨੇ ਬੜੇ ਠਰਮੇ ਨਾਲ ਕਿਹਾ, ਬਾਦਸ਼ਾਹ ਤੂੰ ਸਮਾਂ ਮੰਗਦਾ ਅਸੀਂ ਤੈਨੂੰ ਦੇ ਦਿੰਦੇ ਆ, ਹਾਂਜੀ, ਪਰ ਜੇ ਤੂੰ ਆਪਣਾ ਵਚਨ ਨਾ ਪੂਰਾ ਕੀਤਾ ਤੇ ਫਿਰ ਵੀ ਤੇਰੀ ਰੂਹ ਨੂੰ ਚੈਨ ਨਹੀਂ ਮਿਲਣਾ। ਲਿਖਤੀ ਵਚਨ ਕੀਤਾ ਹੋਇਆ ਤੂੰ। ਹਾਂਜੀ ਹਾਂਜੀ ਹਾਂਜੀ, ਤੂੰ ਕਹਿੰਦਾ ਤੂੰ ਪਾਗਲ ਹੋ ਜਾਵੇਂਗਾ ਇਹਨਾਂ ਦੇ ਫਤਵੇ ਤੋਂ ਬਾਅਦ, ਫਿਰ ਵੀ ਤੂੰ ਪਾਗਲ ਹੋ ਜਾਣਾ ਕਿਉਂਕਿ ਤੇਰੀ ਰੂਹ ਨੂੰ ਚੈਨ ਨਹੀਂ ਮਿਲਣਾ, ਫਿਰ ਵੀ ਤੂੰ ਪਾਗਲ ਹੋ ਜਾਣਾ। ਤੇ ਅਸੀਂ ਤੇਰੇ ਨਾਲ ਵਚਨੇ ਕਹਿੰਦੇ ਆ ਕਿ ਜੇ ਤੂੰ ਵਚਨ ਨਾ ਪੂਰਾ ਕੀਤਾ ਨਾ, ਤੂੰ ਸੱਚੀ ਕਿਲੇ ਦੀਆਂ ਕੰਧਾਂ 'ਚ ਟੱਕਰਾਂ ਮਾਰ ਮਾਰ ਕੇ ਮਰੇਗਾ। ਜੀ, ਪਾਗਲ ਹੋ ਜਾਏਗਾ ਤੂੰ ਸੱਚੀ। ਹਾਂਜੀ ਹਾਂਜੀ, ਤੂੰ ਕਹਿੰਦਾ ਪਾਗਲ ਹੋ ਜਾ, ਇਹੀ ਕਰ ਦੇਣਗੇ। ਹਾਂਜੀ, ਨਹੀਂ ਤੂੰ ਵਚਨ ਨਾ ਪੂਰਾ ਕੀਤਾ ਫਿਰ ਵੀ ਤੂੰ ਪਾਗਲ ਹੋ ਜਾਏਗਾ, ਸਾਡਾ ਵਚਨ ਰਹਿ ਗਿਆ। ਹਾਂਜੀ, ਤੇ ਕਿਲੇ ਦੀਆਂ ਕੰਧਾਂ 'ਚ ਟੱਕਰਾਂ ਮਾਰ ਮਾਰ ਕੇ ਮਰੇਗਾ। ਤੈਨੂੰ ਆਪਣੀ ਆਪ ਦੀ ਸੁੱਧ ਰਹਿਣੀ ਨਹੀਂ, ਪਾਗਲਾਂ ਵਾਲਾ ਵਿਹਾਰ ਕਰੇਗਾ, ਮਰੇਗਾ ਤੂੰ ਇੱਦਾਂ ਹੀ ਫਿਰ। ਜੀ, ਔਰ ਤੂੰ ਕਹਿੰਦਾ ਬਗਾਵਤ ਹੋ ਜਾਏਗੀ, ਜਿਹੜੀ ਚੀਜ਼ ਤੋਂ ਡਰਦਾ ਆ। ਆਹੋ ਜਿਹੜੀ ਗੱਲ, ਤੇ ਤੂੰ ਕਹਿੰਦਾ ਬਗਾਵਤ ਹੋ ਜਾਏਗੀ। ਹਾਂਜੀ, ਬਗਾਵਤ ਫਿਰ ਵੀ ਏਡਾ ਵੱਡਾ ਗਦਰ ਮਚੂਗਾ ਜੇ ਸਾਡੀ ਗੱਲ ਨਾ ਪੂਰੀ ਕੀਤੀ। ਗਦਰ ਏਡਾ ਵੱਡਾ ਮਚੂਗਾ ਤੇ ਤੂੰ ਦਬਾਇਆ ਨਹੀਂ ਜਾਣਾ। ਜੀ, ਤੇ ਗਦਰ ਬਚਾਊਗਾ ਕੌਣ? ਗਦਰ ਕਹਿੰਦੇ ਅਸੀਂ ਬਚਾਵਾਂਗੇ। ਜੀ, ਅਸੀਂ ਆਪਣੇ ਸਿੱਖਾਂ ਦੀ ਡਿਊਟੀ ਲਾਂਗੇ ਤੇ ਅਸੀਂ ਸੂਬੇਦਾਰ ਜੀ ਨੂੰ ਸਜ਼ਾ ਦਿਆਂਗੇ। ਹਾਂਜੀ, ਉਹ ਫਿਰ ਸਾਡੇ ਸਿੱਖ ਦੇਣਗੇ ਜੇ ਤੂੰ ਨਾ ਦਿੱਤੀ। ਜੀ, ਬਾਦਸ਼ਾਹ ਦਾ ਕੰਮ ਹੁੰਦਾ ਨਿਆਂ ਕਰਨਾ। ਹੂੰ, ਜੇ ਬਾਦਸ਼ਾਹ ਨਿਆਂ ਨਹੀਂ ਕਰਦਾ ਹਾਂਜੀ, ਤੇ ਫਿਰ ਨਿਆਂ ਜਿਹੜਾ ਬੰਦੇ ਨਾਲ ਜ਼ੁਲਮ ਹੋਇਆ ਹੋਵੇ ਉਹ ਆਪਣੇ ਹੱਥੀ ਲੈ ਸਕਦਾ। ਇਹ ਗੱਲ ਜਿੰਦੇ ਸੁੱਖੇ ਨੇ ਵੀ ਕਹੀ ਸੀ। ਹਾਂਜੀ, ਜਿੱਦਾਂ ਸੁੱਖੇ ਨੇ ਜਦੋਂ ਵੈਦਿਆਂ ਨੂੰ ਗੋਲੀ ਮਾਰੀ, ਉਹ ਕਹਿੰਦੇ ਤੁਸੀਂ ਫੌਜ ਦੇ ਚੀਫ ਨੂੰ ਗੋਲੀ ਮਾਰੀ। ਉਹ ਕਹਿੰਦਾ ਵੀ ਇਹ ਹਰਮੰਦਰ ਸਾਹਿਬ ਤੇ ਫੌਜਾਂ ਚਾੜ ਕੇ ਗਿਆ ਸੀ, ਜੀ, ਸਰਕਾਰ ਦਾ ਕੰਮ ਸੀਗਾ ਇਹਨੂੰ ਸਜ਼ਾ ਦੇਣੀ, ਧਾਰਮਿਕ ਸਥਾਨ ਦੇ ਉੱਤੇ ਫੌਜਾਂ ਚਾੜੀਆਂ, ਹਾਂਜੀ, ਹਾਂਜੀ, ਪਰ ਪਰ ਸਰਕਾਰ ਨੇ ਸਜ਼ਾ ਨਹੀਂ ਦਿੱਤੀ ਤੇ ਅਸੀਂ ਦਿੱਤੀ। ਜੀ, ਸਰਕਾਰ ਦਾ ਨਾਮ ਦੇਣ ਲੱਗੀ। ਤੂੰ ਆਪਣੇ ਸੂਬੇਦਾਰ ਨੂੰ ਨੇ ਜ਼ੁਲਮ ਕੀਤਾ, ਉਹਨੇ ਜ਼ਬਰ ਕੀਤਾ, ਉਹਨੇ ਕੁਰਾਨ ਦੀਆਂ ਝੂਠੀਆਂ ਕਸਮਾਂ ਖਾਧੀਆਂ, ਉਹਨੇ ਛੋਟੇ ਸਾਹਿਬ ਦੇ ਜਾਦਿਆਂ ਨੂੰ ਨੀਹਾਂ 'ਚ ਚਨਾਇਆ, ਉਹਨੇ ਨਿਰਦੋਸ਼ਾਂ ਦਾ ਕਤਲ ਕੀਤਾ, ਉਹਨੇ ਬਜ਼ੁਰਗ ਮਾਤਾ ਦਾ ਕਤਲ ਕੀਤਾ। ਜੇ ਤੂੰ ਸਜ਼ਾ ਨਹੀਂ ਦੇਗਾ ਤਾਂ ਸਜ਼ਾ ਫਿਰ ਅਸੀਂ ਦੇਵਾਂਗੇ। ਹਾਂਜੀ, ਤੇਰੇ ਥਾਂ ਤੇ ਨਿਆਂ ਅਸੀਂ ਕਰਾਂਗੇ, ਪਰ ਤੇਰਾ ਹਾਲ ਜਿਹੜਾ ਆ ਉਹੀ ਹੋਣਾ। ਤੂੰ ਕਿਲੇ ਦੇ ਕੰਧਾਂ 'ਚ ਟੱਕਰਾਂ ਮਾਰ ਕੇ ਵੀ ਮਰੇਗਾ। ਜੀ, ਤੂੰ ਕਹਿੰਦਾ ਗਦਰ ਮਚ ਜਾਣਾ, ਬਗਾਵਤ ਹੋ ਜਾਣੀ, ਗਦਰ ਐਸਾ ਮਚੇਗਾ ਤੇ ਤੂੰ ਹੋਇਆ ਨਹੀਂ ਜਾਣਾ। ਤੇ ਸਤਿਗੁਰੂ ਜੀ ਕਹਿੰਦੇ ਵੀ ਅਸੀਂ ਚਾਹਾਂਗੇ ਨਾ ਜੇ ਜੀ, ਤੂੰ ਗੁਰੂ ਦੀ ਸਮਰੱਥਾ ਜਿਹੜੀ ਹੈ ਨਾ, ਅਸੀਂ ਤਾਂ ਕਿਸੇ ਵਿਰਾਗੀ ਨੂੰ ਫੜ ਕੇ, ਤਿਆਗੀ ਨੂੰ ਫੜ ਕੇ ਵੀ ਉਹਦੇ ਸਿਰ ਤੇ ਹੱਥ ਰੱਖ ਕੇ ਉਹਦੇ ਕੋਲ ਸਜ਼ਾ ਦਵਾ ਦਿੰਦੇ ਹਾਂ। ਅਸੀਂ ਤਾਂ ਤੈਨੂੰ ਮਾਨ ਦੇ ਰਹੇ ਹਾਂ। ਬਸ ਤੂੰ ਦੇਖੇਗਾ ਅਸੀਂ ਕਿਸੇ ਵਿਰਾਗੀ ਨੂੰ ਫੜਾਂਗੇ, ਤਿਆਗੀ ਨੂੰ ਫੜਾਂਗੇ ਜਿਹਨੇ ਸੰਸਾਰ ਛੱਡਿਆ ਹੋਊਗਾ, ਉਹਨੂੰ ਛੱਡਾਂ ਜਿਹੜਾ ਕਹੂਗਾ ਖੂਨ ਦੇ ਇੱਕ ਬੂੰਦ ਡੁੱਲਿਆ ਵੀ ਜਿਹਦਾ ਧਰਮ ਮਾਨ ਪਲੀਤ ਹੁੰਦਾ ਹੋਵੇ, ਉਹ ਇਦਾਂ ਦਾ ਬੰਦਾ ਜਿਹੜਾ ਸੀ ਉਹਨੂੰ ਵੀ ਫੜ ਕੇ ਨਾ ਉਹਦੇ ਸਿਰ ਤੇ ਹੱਥ ਰੱਖ ਕੇ ਉਹਦੇ ਕੋਲ ਵੀ ਸਜ਼ਾ ਦਵਾ ਸਕਦੇ। ਜੀ ਜੀ ਜੀ, ਸਤਿਗੁਰੂ ਜੀ ਨੇ ਆਗਰੇ ਦੇ ਕਿਲੇ 'ਚ ਕਹਿੰਦੇ ਅਸੀਂ ਸਰਹੰਦੀ ਏਟੇ ਵੀ ਕਰਵਾਵਾਂਗੇ। ਹਾਂਜੀ, ਪਰ ਜਿਹੜੀ ਚੀਜ਼ ਅਸੀਂ ਤੈਨੂੰ ਮਾਨ ਦੇਣਾ ਚਾਹੁੰਦੇ। ਜੀ ਜੀ, ਬਾਦਸ਼ਾਹ ਕਹਿੰਦਾ ਸਤਿਗੁਰੂ ਜੀ ਥੋੜਾ ਸਮਾਂ ਦਿਓ। ਤੇ ਜਦੋਂ ਸਤਿਗੁਰੂ ਨੇ ਇਹ ਗੱਲ ਕਹਿਤੀ, ਹਾਂਜੀ, ਤੇ ਸਤਿਗੁਰੂ ਨੇ ਸਿੰਘਾਂ ਨੂੰ ਕਿਹਾ ਚਲੋ ਚੱਲੀਏ। ਕੂਚ ਦਾ ਕਿਲੇ ਨੂੰ ਰੁਕਾਤਾ। ਬਾਦਸ਼ਾਹ ਨੇ ਫਿਰ ਨਿਮਚੋਨੇ ਹੋਏ, ਬਾਦਸ਼ਾਹ ਨੇ ਹੱਥ ਜੋੜੇ ਤੇ ਸਤਿਗੁਰੂ ਨੇ ਬੜੇ ਸਖਤ ਸ਼ਬਦ ਕਹਿਤੇ ਸੀ। ਹਾਂਜੀ ਹਾਂਜੀ, ਇੱਕ ਤਾਂ ਬਾਦਸ਼ਾਹ ਦੀ ਹੋਣੀ ਬਾਰੇ ਦੱਸਤਾ ਜੀ, ਪੈਗੰਬਰੀ ਜਲਾਲ ਚ ਆ ਕੇ ਜੀ ਜੀ, ਦੂਜੇ ਸੂਬੇਦਾਰ ਦੀ ਹੋਣੀ ਬਾਰੇ ਵੀ ਦੱਸਤਾ ਜੀ। ਫਿਰ ਸਤਿਗੁਰੂ ਨੇ ਬੜੀ ਸਮਰੱਥਾ ਦੀ ਗੱਲ ਵੀ ਕਰਤੀ ਵੀ ਅਸੀਂ ਜੇ ਚਾਹੀਏ ਤਾਂ ਅਸੀਂ ਕਿਸੇ ਵਿਰਾਗੀ ਤਿਆਗੀ ਦੇ ਸਿਰ ਤੇ ਹੱਥ ਰੱਖ ਕੇ ਹਾਂਜੀ ਇਹ ਕੰਮ ਕਰਾ ਸਕਦੇ, ਇਹ ਕੰਮ ਕਰਵਾ ਸਕਦੇ ਹਾਂ। ਸਾਡੇ ਤਾਂ ਜਾਨੀ ਕਿ ਇਹ ਤੈਨੂੰ ਮਾਨ ਦੇਣਾ ਚਾਹੁੰਦੇ ਤੇ ਤੂੰ ਨਹੀਂ ਮਾਨ ਲਿਆ ਹੋਣਾ ਤੇ ਗੱਲ ਵੱਖਰੀ ਆ। ਤੈਨੂੰ ਮਾਨ ਦਿੱਤਾ, ਹਲੇ ਮੌਕਾ ਦਿੱਤਾ, ਜੇ ਤੂੰ ਮੰਗਿਆ ਤਾਂ। ਤੇ ਨਿਮਚੋਨੇ ਬਾਦਸ਼ਾਹ ਨੇ ਆਖਿਆ ਸਤਿਗੁਰੂ ਜੀ ਥੋੜੇ ਜਿਹੇ ਵਕਤ ਦੀ ਗੱਲ ਆ ਜੀ, ਮੈਂ ਪੂਰਾ ਹੀਲਾ ਵਰਤੂਗਾ, ਆਪਣਾ ਵਚਨ ਪੂਰਾ ਕਰਾਂ। ਹਾਂਜੀ, ਤੇ ਸਤਿਗੁਰੂ ਜੀ ਪਰ ਉੱਥੋਂ ਤੁਰ ਕੇ ਆ ਕੇ ਆਪਣੇ ਮਕਾਮ ਵਾਲੇ ਥਾਂ ਤੇ ਆ ਗਏ। ਸਤਿਗੁਰੂ ਨੇ ਆ ਕੇ ਸਿੰਘਾਂ ਨੂੰ ਕਿਹਾ ਵੀ ਆਪਾਂ ਕੱਲ ਦੇ ਦੀਵਾਨ ਤੋਂ ਬਾਅਦ ਚ ਹਾਂਜੀ ਤਿਆਰੀਆਂ ਕਰਨੀਆਂ ਸ਼ੁਰੂ ਕਰੋ, ਆਪਾਂ ਇੱਥੋਂ ਚੱਲ ਪਾ ਦਨੇ ਆ। ਠੀਕ ਹੈ, ਆਪਾਂ ਹੁਣ ਰਾਜਪੂਤਾਨੇ ਤੋਂ ਹੁੰਦੇ ਹੋਏ ਆਪਾਂ ਦੱਖਣ ਵੱਲ ਜਾਣਾ ਹੈ। ਹਾਂਜੀ, ਸਤਿਗੁਰੂ ਨੇ ਤਿਆਰੀਆਂ ਦੇ ਹੁਕਮ ਸ਼ਾਮ ਦੇ ਦੀਵਾਨ ਜਾ ਕੇ ਉੱਥੇ ਦੱਸ ਦਿੱਤੇ ਵੀ ਕੱਲ ਦੇ ਦੀਵਾਨ ਤੋਂ ਬਾਅਦ ਆਪਾਂ ਤਿਆਰੀਆਂ ਦੇ ਹੁਕਮ ਕਰ ਰਹੇ ਹਾਂ। ਆਪਾਂ ਕੱਲ ਨਹੀਂ ਤੇ ਪਰਸੋਂ ਨੂੰ ਆਪਾਂ ਜ਼ਰੂਰ ਤੁਰ ਪੈਣਾ, ਤਾਂ ਕਿ ਸਾਰੀਆਂ ਤਿਆਰੀਆਂ ਕਰੋ, ਸੰਗਤਾਂ ਨੂੰ ਦੱਸ ਦਿਓ। ਸੰਗਤਾਂ ਨੇ ਜਿਨ੍ਹਾਂ ਨੇ, ਕਿਉਂਕਿ ਦੱਸਣਾ ਪੈਂਦਾ, ਵੱਡੀਆਂ ਸੰਗਤਾਂ ਇੱਥੇ ਆਉਂਦੀਆਂ, ਵੱਡੇ ਪੱਧਰ ਤੇ ਆਉਂਦੀਆਂ ਸੰਗਤਾਂ। ਸੋ ਸਤਿਗੁਰੂ ਨੇ ਜਾ ਕੇ ਇਹ ਗੱਲ ਵੀ ਜਿਹੜੀ ਨਾ ਆਪਣੇ ਸਿੱਖਾਂ ਦੇ ਨਾਲ ਸਾਂਝੀ ਕੀਤੀ। ਹਾਂਜੀ, ਜਦੋਂ ਸਤਿਗੁਰੂ ਜੀ ਤੁਰਨ ਦੀ ਤਿਆਰੀ ਦਾ ਪਤਾ ਲੱਗਾ ਨਾ ਬਾਦਸ਼ਾਹ ਨੂੰ ਜੀ, ਤੇ ਬਾਦਸ਼ਾਹ ਨੂੰ ਲੱਗਾ ਕਿ ਸਤਿਗੁਰੂ ਗੁੱਸੇ ਹੋ ਕੇ ਜਾ ਰਿਹਾ। ਹਾਂਜੀ, ਬਾਦਸ਼ਾਹ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਜੀ। ਸਤਿਗੁਰੂ ਜਿਹੜੇ ਵਚਨ ਕਹਿ ਗਏ ਤੂੰ ਤਾਂ ਕਿਲੇ ਦੇ ਅੰਦਰ, ਉਹ ਕਹਿੰਦਾ ਵੀ ਤੂੰ ਦੀ ਚੈਨ ਤਾਂ ਮੇਰੀ ਹੁਣੇ ਉੱਡ ਗਈ। ਹਾਂਜੀ ਹਾਂਜੀ ਹਾਂਜੀ, ਤੂੰ ਵਚਨ ਨਾ ਪੂਰਾ ਵੀ ਉਹਦੇ ਵੀ ਮਨ 'ਚ ਵੀ ਵਚਨ ਪੂਰਾ ਨਹੀਂ ਕਰ ਸਕਿਆ, ਰੂਹ ਦੀ ਚੈਨ ਉੱਡ ਗਈ। ਸਤਿਗੁਰੂ ਦਾ ਪੈਗੰਬਰੀ ਜਲਾਲ ਉੱਤੇ ਹਾਵੀ ਹੋ ਗਿਆ ਜੀ। ਦਿਨ ਚੜ੍ਹਦੇ ਨਾ
ਜਦੋਂ ਦੀਵਾਨ ਲੱਗਾ ਹੋਇਆ ਸੀਗਾ ਹਾਂਜੀ ਤੇ ਇਹਨੇ ਬਾਦਸ਼ਾਹ ਬਹਾਦਰ ਸ਼ਾਹ ਨੇ ਜੀ ਆਪਣੇ ਮਾਮੇ ਹਾਕਮ ਰਾਏ ਦੇ ਨਾਲ ਹਾਂਜੀ ਭਾਈ ਨੰਦ ਲਾਲ ਨੂੰ ਕਿਹਾ ਵੀ ਤੁਸੀਂ ਜਾਓ ਸਤਿਗੁਰੂ ਕੋਲ, ਠੀਕ ਮੇਰੇ ਨੂੰ ਜਾ ਕੇ ਮਾਫੀ ਵੀ ਮੰਗੋ ਸਵੇਰ ਦੇ ਦੀਵਾਨ 'ਚ, ਹਾਂਜੀ ਤੇ ਸਤਿਗੁਰੂ ਨੂੰ ਕਹੋ ਵੀ ਮੈਂ ਰਾਜਪਤਾਨੇ ਵਾਲੇ ਚੱਲਿਆ ਆ, ਹੂੰ ਤੁਸੀਂ ਮੇਰੇ ਨਾਲ ਕਿਉਂ ਨਹੀਂ ਜਾਂਦੇ? ਜੀ ਤੁਸੀਂ ਵੀ ਜਾਣਾ ਦੱਖਣ ਵੱਲ ਨੂੰ, ਮੈਂ ਵੀ ਰਾਜਪਤਾਨੇ ਤੋਂ ਦੱਖਣ ਵੱਲ ਨੂੰ ਜਾਣਾ, ਮੇਰੇ ਨਾਲ ਚਲੋ, ਆਪਾਂ ਇਕੱਠੇ ਚੱਲਦੇ ਹਾਂ, ਨਾਲੇ ਆਪਾਂ ਨੂੰ ਇਕੱਠੇ ਥੋੜਾ ਮੌਕਾ ਮਿਲ ਜਾਏਗਾ, ਹਾਂਜੀ ਮੈਂ ਤੁਹਾਡੀ ਸੰਗਤ ਵੀ ਕਰ ਲੂੰਗਾ, ਮੇਰੇ ਤੇ ਬਖਸ਼ਿਸ਼ ਕਰੋ, ਰਹਿਮਤਾ ਕਰੋ, ਮੈਨੂੰ ਖਿਮਾ ਜਾਚਨਾ ਵੀ ਦਿਓ, ਪਰ ਥੋੜਾ ਜਿਹਾ ਸਮਾਂ ਵੀ ਦੇ ਦਿਓ, ਆਪਾਂ ਇਕੱਠੇ ਵੀ ਰਹਾਂਗੇ, ਠੀਕ ਹੈ ਥੋੜਾ ਜਿਹਾ ਸਮਾਂ ਵੀ ਦਿਓ। ਹਾਂਜੀ ਇਸ ਸਮੇਂ ਦੇ ਵਿੱਚ ਕੋਈ ਨਾ ਕੋਈ ਆਪਾਂ ਹੀਲਾ ਬਣਾਉਂਦੇ ਹਾਂ ਕਿ ਤੁਹਾਡਾ ਮੁਜਰਮ ਜਿਹੜਾ, ਤੁਹਾਡਾ ਦੋਸ਼ੀ ਜਿਹੜਾ ਤੁਹਾਡੇ ਹਵਾਲੇ ਕਰ ਦਿੱਤਾ ਜਾਵੇ, ਜੀ ਪਰ ਆਪਾਂ ਰਾਜਪਤਾਨੇ ਵੱਲ ਨੂੰ ਇਕੱਠਾ ਸਫ਼ਰ ਕਰੀਏ। ਹਾਕਮ ਰਾਏ ਨੂੰ, ਭਾਈ ਨੰਦ ਲਾਲ ਨੂੰ, ਆਪਣੇ ਅਹਿਲਕਾਰਾਂ ਨੂੰ ਸਤਿਗੁਰੂ ਦੇ ਕੋਲ ਸੁਨੇਹਾ ਦੇ ਕੇ ਭੇਜ ਦਿੱਤਾ। ਬਾਦਸ਼ਾਹ ਨੇ ਕਿ ਸਾਰੀ ਰਾਤ ਬਾਦਸ਼ਾਹ ਨੂੰ ਨੀਂਦ ਨਹੀਂ ਆਈ, ਹਾਂਜੀ ਜਿਹੜੀ ਸਤਿਗੁਰੂ ਨੇ ਵਜ੍ਹਾ ਤੇਰੀ ਰੂਹ ਦਾ ਚੈਨ ਉੱਡ ਜੂਗਾ, ਉੱਡ ਉਹਦਾ ਗਿਆ, ਚੈਨ ਤੋਂ ਉੱਡ ਉਦੋਂ ਹੀ ਗਿਆ। ਉੱਡ ਗਿਆ ਸੀ, ਉਹਦਾ ਚੈਨ ਉੱਡ ਗਿਆ ਸੀਗਾ ਸਾਰਾ ਕੁਝ। ਇਹ ਹਾਕਮ ਰਾਏ ਨੇ, ਭਾਈ ਨੰਦ ਲਾਲ ਨੇ ਜਾ ਕੇ ਬੇਨਤੀ ਕੀਤੀ ਬਾਦਸ਼ਾਹ ਦੇ ਏਲਚੀ ਦੇ ਤੌਰ ਤੇ। ਹਾਂਜੀ ਹੁਣ ਭਾਈ ਨੰਦ ਲਾਲ ਗੁਰੂ ਘਰ ਦਾ ਸ਼ਰਧਾਲੂ ਸੀ, ਉਹਨੂੰ ਬੇਨਤੀ ਕਰਨੀ ਵੀ ਆਉਂਦੀ ਸੀਗੀ, ਜੀ ਜੀ ਉਹ ਬੈਠਾ। ਔਰ ਭਾਈ ਨੰਦ ਲਾਲ ਨਾਲੋਂ ਜ਼ਿਆਦਾ ਕੌਣ ਜਾਣਦਾ ਸਤਿਗੁਰੂ ਨੂੰ ਕਿੱਦਾਂ ਬੇਨਤੀ ਕਿੱਦਾਂ ਕਰੀ? ਬੇਨਤੀ ਕਰਨੀ ਹੈ। ਸਤਿਗੁਰੂ ਦੇ ਜਾਣੀ ਕਿ ਐਡੀ ਸ਼ਰਧਾ ਵਾਲਾ ਵੇ, ਸਤਿਗੁਰੂ ਦੀ ਸਮਰੱਥਾ ਬਾਰੇ ਵੀ ਜਾਣਦਾ ਭਾਈ ਨੰਦ ਲਾਲ। ਭਾਈ ਨੰਦ ਲਾਲ ਨੇ ਤਾਂ ਸਤਿਗੁਰੂ ਦੀ ਸਮਰੱਥਾ ਦੀ ਗੱਲ ਕਰਦਿਆਂ ਇਹ ਗੱਲ ਕਹੀ ਆ ਕਿ ਹਰ ਦੋ ਆਲਮ ਕੀਮਤੇ ਇੱਕ ਜਗਤਾਰ ਮੂਏ ਯਾਰਨਾ, ਹਰ ਦੋ ਆਲਮ, ਹਾਂਜੀ ਕਿ ਉਸ ਪ੍ਰਮਾਤਮਾ ਦੇ ਸਾਜੇ ਹੋਏ ਦੋ ਆਲਮ, ਹਾਂਜੀ ਦੋ ਆਲਮ ਕੀ, ਦੋ ਜਹਾਨ, ਦੋ ਜਹਾਨ ਹੈ। ਹਰ ਦੋ ਆਲਮ ਕੀਮਤੇ ਜਗਤਾਰ ਮੂਏ ਯਾਰਮਾ, ਕਿ ਮੇਰੇ ਜਿਹੜਾ ਯਾਰ ਆ, ਮੇਰਾ ਜਿਹੜਾ ਗੁਰੂ ਆ, ਮੇਰਾ ਜਿਹੜਾ ਰਹਿਬਰ ਆ, ਸਤਿਗੁਰੂ ਗੁਰੂ ਗੋਬਿੰਦ ਸਿੰਘ ਦੀ ਸਿਫਤ ਕਰਦਿਆਂ ਕਹਿੰਦਾ ਭਾਈ ਨੰਦ ਲਾਲ ਕਿ ਉਹਦੇ ਕੇਸਾਂ ਦੀ ਲਿਟ ਦੇ ਵਿੱਚੋਂ ਜਿਹੜੀ ਕੰਘੇ ਨਾਲ ਲੱਗਦੀ ਆ, ਜੀ ਉਹਦੇ ਚੋਂ ਕਦੇ ਇੱਕ ਤਾਰ ਲੈ ਲਈ ਜਾਵੇ। ਹਾਂਜੀ ਹਾਂਜੀ ਹਰ ਦੋ ਆਲਮ ਕੀਮਤੇ ਜਗਤਾਰ ਮੂਏ ਯਾਰਮਾ, ਉਹਦੇ ਵਿੱਚੋਂ ਉਹਦੇ ਕੇਸਾਂ ਦੀ ਜਿਹੜੀ ਕੰਘਾ ਵਾਉਂਦਿਆਂ ਕੇਸ ਇਕੱਠੇ ਹੋ ਜਾਂਦੇ, ਜਿਹੜੇ ਵਾਧੂ ਕੇਸ ਨੂੰ ਲੱਗਦੇ ਆ, ਉਹਦੇ ਚੋਂ ਇੱਕ ਤਾਰ ਕੇਸ ਦੀ ਇੱਕ ਲੈ ਲਈ ਜਾਵੇ, ਇੱਕ ਬਾਲ ਲੈ ਲਿਆ ਜਾਵੇ, ਇੱਕ ਤਾਰ ਲੈ ਲਈ ਜਾਵੇ ਕੇਸ ਦੀ, ਯਾਨੀ ਕਿ ਇੱਕ ਤਾਰ ਸਿਰਫ। ਹਰ ਦੋ ਆਲਮ ਕੀਮਤੇ, ਤੇ ਉਹਦੀ ਜੇ ਕੀਮਤ ਪਾਉਣੀ ਚਾਹੋ ਤੇ ਉਹਦੀ ਕੀਮਤ ਜਿਹੜੀ ਆ ਦੋ ਜਹਾਨ ਉਹਦੀ ਕੀਮਤ ਪੈ ਜਾਣ। ਇੱਕ ਬੰਨੇ ਦੋ ਜਹਾਨਾਂ ਦੀ ਕੀਮਤ ਰੱਖ ਦਿਓ, ਇੱਕ ਬੰਨੇ ਵਾਲ ਦੀ ਕੀਮਤ ਜਾਨੀ ਇੱਕ ਤਾਰ ਦੀ ਰੱਖ ਦਿਓ, ਕੇਸਾਂ ਦੇ ਵਿੱਚੋਂ ਇੱਕ ਤਾਰ ਦੀ ਕੀਮਤ ਰੱਖ ਦਿਓ, ਤੇ ਗੁਰੂ ਗੋਬਿੰਦ ਸਿੰਘ ਦੇ ਕੇਸਾਂ ਦੀ ਇੱਕ ਤਾਰ ਦੀ ਕੀਮਤ ਜਿਹੜੀ ਆ ਦੋ ਆਲਮਾਂ ਦੋ ਜਹਾਨਾਂ ਤੋਂ ਵੱਧ ਆ ਜੀ। ਇਹ ਭਾਈ ਨੰਦ ਲਾਲ ਦੀ ਦ੍ਰਿਸ਼ਟੀ ਆ, ਭਾਈ ਨੰਦ ਲਾਲ ਨੂੰ ਦੇਖਣ ਵਾਲਾ ਜਾਨੀ ਕਿੱਥੇ ਤੱਕ, ਕਿੱਥੇ ਜਾ ਕੇ, ਹਾਂਜੀ ਕਿਸ ਪੱਧਰ ਤੇ ਜਾ ਕੇ ਭਾਈ ਨੰਦ ਲਾਲ ਸਤਿਗੁਰੂ ਜੀ ਦੀ ਕਰਦਾ। ਔਰ ਬੇਕਸਾਂ ਯਾਰ ਗੁਰੂ ਗੋਬਿੰਦ ਸਿੰਘ, ਜੀ ਜੀ ਇਹ ਉਹਦੀ ਭਾਈ ਨੰਦ ਲਾਲ ਦੀ ਰਚਨਾ। ਮੈਂ ਉਧਰਲੇ ਬੰਨੇ ਜਾਣਾ ਨਹੀਂ, ਕੋਈ ਸਮਾਂ ਨਹੀਂ ਜਾਣ ਆਗਿਆ ਨਹੀਂ ਦਿੰਦਾ। ਸੋ ਭਾਈ ਨੰਦ ਲਾਲ ਨੇ ਜਾ ਕੇ ਬੇਨਤੀ ਕੀਤੀ, ਸਤਿਗੁਰੂ ਜੀ ਸੱਚੀ ਬਾਦਸ਼ਾਹ ਜੀ ਦਿਲੋਂ ਕਹਿ ਰਿਹਾ, ਹਾਂਜੀ ਮੈਨੂੰ ਲੱਗਦਾ ਜੀ ਜੀ ਥੋੜਾ ਜਿਹਾ ਰਾਜ ਪ੍ਰਬੰਧ ਪੱਕਾ ਕਰ ਲੈਂਦੇ, ਥੋੜਾ ਸਮਾਂ ਦੇ ਰਾਜਪਤਾਨੇ ਚੱਲਿਆ, ਤੁਸੀਂ ਵੀ ਨਾਲ ਚੱਲੋ। ਬਾਦਸ਼ਾਹ ਨੇ ਬੇਨਤੀ ਕਰਕੇ ਭੇਜਿਆ ਆ, ਬੜੇ ਹੱਥ ਜੋੜ ਕੇ ਬੇਨਤੀ ਭੇਜੀ। ਹਾਕਮ ਰਾਏ ਨਾਲ ਆਇਆ, ਨਾਲ ਅਹਿਲਕਾਰ ਆਏ ਆ, ਨਾਲ ਕੁਝ ਮੇਵੇ ਵਗੈਰਾ ਲੈ ਕੇ ਅਸੀਂ ਜਿੱਦਾਂ ਦਸ਼ਨਾ ਲੈ ਕੇ ਆਈ ਦੀ ਹੁੰਦੀ ਆ। ਪਤਾ ਲੱਗਾ ਸਤਿਗੁਰੂ ਜਾਣ ਲੱਗੇ, ਸਤਿਗੁਰੂ ਨਹੀਂ ਤੁਸੀਂ ਇਦਾਂ ਕਰੋ, ਤੁਸੀਂ ਵੀ ਉੱਧਰੋਂ ਜਾਣਾ ਤੇ ਆਪਾਂ ਇਕੱਠੇ। ਜਦੋਂ ਨੰਦ ਲਾਲ ਨੇ ਬੇਨਤੀ ਕੀਤੀ ਹੈ ਨਾ, ਸਤਿਗੁਰੂ ਨੇ ਨੰਦ ਲਾਲ ਨੂੰ ਕਹਿੰਦੇ ਵੀ ਤੈਨੂੰ ਲੱਗਦਾ ਬਾਦਸ਼ਾਹ ਹਾਂਜੀ ਸਹੀ ਬਈ ਸੱਚੇ ਦਿਲੋਂ ਕਹਿ ਰਿਹਾ, ਪਰ ਅਸੀਂ ਉਹਦੇ ਜੋ ਅੰਦਰ ਵਰਤ ਰਿਹਾ ਸੀ ਉਹ ਜਾਣਦੇ ਹਾਂ ਜੀ। ਪਰ ਫੇਰ ਵੀ ਨੰਦ ਲਾਲ ਤੂੰ ਇਹ ਨਾ ਕਹੀਂ ਕਿ ਤੇਰੇ ਕਹਿਣ ਤੇ ਸਮਾਂ ਨਹੀਂ ਦਿੱਤਾ, ਸਮਾਂ ਦਿੱਤਾ। ਠੀਕ ਹੈ, ਚੱਲਾਂਗੇ ਰਾਜਪਤਾਨੇ ਵੀ ਨਾਲ ਚੱਲਾਂਗੇ, ਦੱਖਣ ਤੱਕ ਵੀ ਨਾਲ ਚੱਲਾਂਗੇ, ਪਰ ਬਾਦਸ਼ਾਹ ਨੂੰ ਕਹਿਆ ਉਹ ਤੁਰੇ, ਉਹ ਮੁਰੇ ਤੁਰੇ। ਅਸੀਂ ਸੰਗਤਾਂ ਦੇ ਦਰਸ਼ਨ ਕਰਦੇ ਕਰਦੇ, ਗੁਰਮਤ ਦਾ ਪ੍ਰਚਾਰ ਕਰਦੇ ਕਰਦੇ, ਰਾਹ 'ਚ ਹੌਲੀ ਹੌਲੀ ਰੁਕਦੇ ਰੱਖਦੇ, ਅਸੀਂ ਫੇਰ ਆਵਾਂਗੇ, ਮਗਰ ਹਾਂਜੀ ਅਸੀਂ ਫੇਰ ਆਵਾਂਗੇ, ਹਾਂਜੀ ਮਿਲ ਪਾਂਗੇ ਰਾਜਪਤਾਨੇ ਜਾ ਕੇ। ਪਰ ਅੱਗੇ ਉਹ ਚੱਲੇ, ਅੱਗੇ ਉਹ ਚੱਲੇ, ਤੁਰੇ, ਆਪਣਾ ਕੰਮ ਕਰੇ ਜਿਹਨੇ ਕਰਨਾ, ਤੇ ਰਾਜਪਤਾਨੇ ਦੇ ਵਿੱਚੋਂ ਲੰਘਣਾ ਆ। ਜਦੋਂ ਤੁਰੇਗਾ ਨਾ ਫੌਜਾਂ ਲੈ ਕੇ ਮਗਰ ਅਸੀਂ ਆਵਾਂਗੇ, ਦੇਖਦੇ ਆਵਾਂਗੇ ਸਾਰਾ ਕੁਝ। ਮੁਰੇ ਤੁਰੇਗਾ, ਰਾਜਪਤਾਨਾ ਉਹਦੇ ਮੁਰੇ ਨਿਵਦਾ ਜਾਏਗਾ। ਜੀ ਕੋਈ ਗੱਲ ਨਹੀਂ, ਰਾਜਪਤਾਨਾ ਉਹਦੇ ਮੁਰੇ ਨਿਵਦਾ ਜਾਏਗਾ। ਜਦੋਂ ਲੰਘੇਗਾ ਉਹਨੂੰ ਕਦੇ ਲੜਾਈ ਨਹੀਂ ਲੜਨੀ ਪੈਣੀ, ਦੱਖਣ ਵੱਲ ਵੀ ਜਾਵੇ, ਪਰ ਜੇ ਉਹ ਵਚਨ ਪੂਰਾ ਕਰੂਗਾ, ਇਹ ਉਹਦੀ ਚੜ੍ਹ ਤੇ ਕਾਇਮ, ਉਹਦੀ ਚੜ੍ਹ ਹੋਊਗੀ, ਪਰ ਉਹਦੀ ਚੜ੍ਹ ਤਾਂ ਹੀ ਕਾਇਮ ਹੋਊਗੀ ਜੇ ਵਚਨ ਤੇ ਕਾਇਮ ਰਹੂਗਾ। ਜਦੋਂ ਉਹ ਵਚਨ ਤੋਂ ਮੁੱਕਰਨ ਦੀ ਕੋਸ਼ਿਸ਼ ਕੀਤੀ ਉਹਨੇ, ਉਹਦੇ ਮਨ ਅੰਦਰੋਂ ਇਹ ਆ ਗਿਆ ਵੀ ਮੈਂ ਹੁਣ ਵਚਨ ਨਹੀਂ ਭਗਾਉਣਾ, ਤੇ ਵੀ ਕੀ ਹੋ ਜਾਊਗਾ, ਤੇ ਫਿਰ ਉਦੋਂ ਬਾਅਦ ਗਦਰ ਸ਼ੁਰੂ ਹੋ ਜੂ, ਉਦੋਂ ਬਾਅਦ ਬਗਾਵਤਾਂ ਸ਼ੁਰੂ ਹੋ ਜਾਣਗੀਆਂ। ਇਹ ਵੀ ਬਾਦਸ਼ਾਹ ਨੂੰ ਕਹਿ ਸੋ ਇਹ ਸੁਨੇਹਾ ਦੇ ਕੇ ਭਾਈ ਨੰਦ ਲਾਲ ਨੂੰ ਤੋਰਤਾ ਕਿ ਬਾਦਸ਼ਾਹ ਨੂੰ ਕਹੋ ਰਾਜਪਤਾਨੇ ਤੁਰੋ, ਅਸੀਂ ਮਗਰ ਤੁਰਦੇ ਹਾਂ। ਸੋ ਸਤਿਗੁਰੂ ਉੱਥੇ ਅਟਕ ਗਿਆ, ਉਸ ਦੂਜੇ ਦਿਨ ਤੁਰਨਾ ਸੀ, ਇੱਕ ਅੱਧਾ ਦਿਨ ਹੋਰ ਅਟਕ ਗਿਆ, ਤੇ ਭਾਈ ਨੰਦ ਲਾਲ ਸੁਨੇਹਾ ਲੈ ਕੇ ਹਾਕਮ ਰਾਏ ਹੁਣੀ ਬਾਦਸ਼ਾਹ ਕੋਲ ਵਾਪਸ ਚਲਾ ਗਿਆ ਜੀ।
ਬਿਲਕੁਲ ਜੀ ਵੀ ਜੀ ਟਾਈਮ ਇਜਾਜ਼ਤ ਨਹੀਂ ਦਿੰਦਾ, ਪਰ ਆਨੰਦ ਇਹਨਾਂ ਆ ਰਿਹਾ ਸੀ ਕਿ ਅਸੀਂ ਸਾਰੀਆਂ ਸੰਗਤਾਂ ਦੇ ਮਨ ਦੇ ਵਿੱਚ ਇਹ ਸੋਚੋਗੇ ਵੀ ਅਗਾਂਹ ਕੀ ਹੋਇਆ, ਅਗਾਂਹ 'ਚ ਹੋਇਆ ਉਹਦੇ ਬਾਰੇ ਅਸੀਂ ਅਗਲੇ ਐਪੀਸੋਡ ਵਿੱਚ ਆਪ ਜੀ ਦੇ ਨਾਲ ਸਾਂਝ ਪਾਵਾਂਗੇ। ਪ੍ਰੋਗਰਾਮ ਕਰਦੇ ਹਾਂ, ਸਾਡੀ ਗਲਤੀ ਹੋ ਗਈ, ਦੋਵੇਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ। ਇੱਥੇ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।